देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने प्रोफैसर रजिंदरपाल सिंह बराड़, पंजाबी यूनिवर्सिटी पटियाला तो। प्रोफैसर बराड़ बहुत सारे मुद्दों के उत्ते विवाक राय रखते हैं और इन्हों तो अज कुछ घटनावां का विश्लेषण चाहते हैं, जानने की कोशिश कर रहे हैं कि जो वापरिया, क्योंकि घटनावां तेजी नाल वापरियां ने। एक दिन बाद पंजाब दे विच म्यूनसिपल कौंसलों की चोण होने वाली है और दूजे बन्ने पंजाब दे विच महापंचायत ने अज जिवें सारा दिन सरगर्मी और सियासत गरमाई रखी है, वह भी अपने बड़े अर्थ रखती है, क्योंकि इत्थे तां सरबत खालसे हुंदे रहे आ। वो महापंचायत जिहड़ी हरियाणे जां यूपी दे विच जां राजस्थान च हुंदी सी और उस तो बाद अज पूरा दिन उहदी सरगर्मी चलती रही है, बॉर्डर्स दे उत्ते भी और पंजाब दे सियासी गलियारियां च भी गलबात तुरदी रही है। ते कई जगह ते अज बीजेपी दे कैंडीडेट्स अपने नाम वापस लै गए, एन मौके ते इलैक्शन लड़न तो ना करती। जे समझना होवे ते मैं किवें समझा तुहाडे कोल? देखो रंधावा साहब, जित तक गल हैगी आ ना कि पंजाब दे विच पहली वारी महापंचायत होण दी, असल दे विच तां इह कि अजिहा कदे पंजाब दे विच नहीं होया सी। सियासी पार्टियां जिहड़ियां ओह रैली करदियां ने, ओह जलसे जलूस कढदियां, रैली जी करदियां ने ते पंचायत दा जिहड़ा संकल्प आ ओह पिंड तक ही सीमित सी। ते दूसरे कह सकते हैं कि भारत दे होर हिस्सिਆਂ ਦੇ ਵਿੱਚ ਤਾਂ ਕਿਹਾ ਜਾਂਦਾ ਜਾਤ ਬਰਾਦਰੀ ਦੇ ਆਧਾਰ ਤੇ ਖਾਪ ਪੰਚਾਇਤਾਂ ਹੁੰਦੀਆਂ ਸੀ, ਪਰ ਮਹਾਪੰਚਾਇਤ ਜਿਹੜਾ ਸ਼ਬਦ ਹੈ ਬਿਲਕੁਲ ਹੀ ਇੱਕ ਵੱਖਰਾ ਸ਼ਬਦ ਆ ਕਿ ਜਿਹਦੇ ਨਾਲ ਇਹ ਕਿ ਇੱਕ ਵੱਡਾ ਕਿਸਾਨਾਂ ਦਾ ਇਕੱਠ, ਇੱਕ ਤਰ੍ਹਾਂ ਦਾ ਕਿਹਾ ਜਾ ਸਕਦਾ ਹੈ ਕਿ ਇਹ ਸਿਵਲ ਸੁਸਾਇਟੀ ਜਾਂ ਨਾਗਰਿਕ ਸੁਸਾਇਟੀ ਦਾ ਆਪਣੇ ਆਪ ਨੂੰ ਦਰਸਾਉਣ ਦਾ ਇੱਕ ਢੰਗ ਆ ਅਕ੍ਰੋਸ ਦੀ ਪੋਲੀਟੀਕਲ ਬਾਉਂਡਰੀਜ਼। ਇਹ ਪੋਲੀਟੀਕਲ ਬਾਉਂਡਰੀ ਦੇ ਵਿੱਚ ਨਹੀਂ ਹੈ, ਇਹ ਵੱਡੀ ਘਟਨਾ ਹੋਈ ਆ ਪੰਜਾਬ ਦੇ ਵਿੱਚ। ਇਹਦੇ ਵਿੱਚੋਂ ਜਿਹੜੀ ਸਿੱਖਣ ਵਾਲੀ ਗੱਲ ਜਾਂ ਪੰਜਾਬ ਦੇ ਰਾਜਸੀ ਸੱਭਿਆਚਾਰ ਉੱਤੇ ਲੰਮੇ ਸਮੇਂ ਲਈ ਜਿਹੜੀ ਪ੍ਰਭਾਵ ਪਾਉਣ ਵਾਲੀ ਗੱਲ ਦਿਖਾਈ ਦੇ ਰਹੀ ਆ, ਉਹ ਇਹ ਦਿਖਾਈ ਦੇ ਰਹੀ ਆ ਕਿ ਲੋਕ ਦੂਸਰੇ ਜਿਹੜੇ ਟ੍ਰੇਡ ਯੂਨੀਅਨ ਵਾਲੇ ਸੀ ਉਹ ਸਮਾਂ ਉਲਟਾ ਅੱਜ ਕੱਲ ਕਿਸਾਨਾਂ ਤੋਂ ਸਿੱਖ ਰਹੇ ਆ ਕਿ ਜੇ ਕਿਸਾਨਾਂ ਦੀਆਂ ਇੰਨੀਆਂ ਜਥੇਬੰਦੀਆਂ ਇੱਕ ਥਾਂ ਇਕੱਠੀਆਂ ਹੋ ਸਕਦੀਆਂ, ਇੱਕ ਮੁੱਦੇ ਤੇ ਇਕੱਠੀਆਂ ਹੋ ਸਕਦੀਆਂ, ਜੇ ਇੰਨੀਆਂ ਵੱਖਰੋ ਵੱਖਰੇ ਵਿਚਾਰਧਾਰਾ ਦੇ ਲੋਕ ਇੱਕ ਵਰਗ ਵਜੋਂ ਸੰਗਠਿਤ ਹੋ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਹੋ ਸਕਦੇ। ਇਹ ਇੱਕ ਵੱਡਾ ਰਾਹ ਦਰਸਾਵਾ ਬਣੀਆਂ ਜਿਹੜੀ ਇਹ ਮਹਾਪੰਚਾਇਤ ਹੋਈ ਹੈਗੀ ਆ ਜਗਰਾਵਾਂ ਦੇ ਵਿੱਚ। ਜੀ ਜੀ लेकिन जो हालात बने ने जिहदे विच अज दे दिन दे घटनाक्रम च रकेश टकैत ने ये गल कहती, शायद ये भी एक प्रभाव जरूर रहा होगा कि जिस तरीके नाल पंजाब दे विच भी शक्ति प्रदर्शन होया, जदों कि जिन्ने भी जिहड़े सरगर्म कारकुन सीगे सारे दे सारे बहु गिणती बॉर्डर्स ते बैठे आ, लेकिन जे इत्थे भी एक तरह नाल वो लख दे करीब बंदियां दा इकट्ठ सीगा जिहड़ी रिपोर्ट हो रही है, लेकिन दूजे बन्ने जदों ਉਹ ਵੀ ਸਰਦਾਰੀ ਮੰਨ ਰਹੇ ਆ ਜਿਹੜੇ ਪਹਿਲਾਂ ਵੀ ਸਰਦਾਰੀ ਮੰਨਦੇ ਸੀ, 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਜੋ ਹਾਲਾਤ ਬਦਲਣ ਤੋਂ ਬਾਅਦ ਬਦਲੇ ਨਜ਼ਰ ਆ ਰਹੇ ਸੀ, ਜਿੱਥੇ ਸਿਆਸੀ ਲੋਕਾਂ ਦਾ ਜਮਾਵੜਾ ਗਾਜੀਪੁਰ ਦੇ ਬਾਰਡਰ ਤੇ ਲੱਗਣਾ ਸ਼ੁਰੂ ਹੋ ਗਿਆ ਸੀ, ਅੱਜ ਹਾਲਾਤ ਬਦਲੇ ਨੇ ਔਰ ਦੂਜੇ ਬੰਨੇ ਬੀਜੇਪੀ ਦੇ ਕੈਂਡੀਡੇਟਸ ਇਲੈਕਸ਼ਨ ਲੜਨ ਲਈ ਦਿਲ ਤੋਂ ਤਿਆਰ ਨਹੀਂ ਹੋ ਰਹੇ। ਇਹ ਇੱਕ ਬੜਾ ਤਬਦੀਲੀ ਵਾਲਾ ਘਟਨਾਕ੍ਰਮ ਹੈ। ਬਿਲਕੁਲ ਰੰਧਾਵਾ ਸਾਹਿਬ, ਜਿਹੜੀ ਤੁਸੀਂ ਗੱਲ ਕਹਿ ਰਹੇ ਹੈਗੇ ਆ ਨਾ ਕਿ ਪੰਜਾਬ ਦੀ ਕਹਿ ਸਕਦੇ ਆ ਕਿ ਲੀਡਰਸ਼ਿਪ ਜਾਂ ਪੰਜਾਬ ਦਾ ਜਿਹੜਾ ਮਾਡਲ ਆ ਉਹਨੂੰ ਦੂਜੇ ਸੂਬੇ ਮੰਨ ਰਹੇ ਆ, ਇਹ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਪੰਜਾਬ ਦੀ ਜਿਹੜੀ ਪਹਿਲ ਕਦਮੀ ਸੀਗੀ ਕਿ ਪਹਿਲੀ ਵਾਰੀ ਇਹਨਾਂ ਬਿੱਲਾਂ ਬਾਰੇ ਪੰਜਾਬ ਨੇ ਗੱਲ ਉਠਾਈ, ਪਹਿਲੀ ਵਾਰੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਸੀ ਜਿਹੜੇ ਮਤਭੇਦ ਨੇ ਉਹ ਭੁਲਾ ਕੇ ਇੱਕ ਮੁੱਦੇ ਤੇ ਇਕੱਠੀਆਂ ਹੋਈਆਂ। ਤਾਂ ਇਹ ਮਾਡਲ ਜਦੋਂ ਦੇਸ਼ ਵਿੱਚ ਲਾਗੂ ਹੋਇਆ ਤਾਂ ਦੇਸ਼ ਵਿੱਚ ਲੱਗਦਾ ਨਹੀਂ ਸੀਗਾ ਕਿ ਇੰਨਾ ਵੱਡਾ ਹੰਗਾਰਾ ਮਿਲੂਗਾ। ਜਿਹੜਾ ਹੰਗਾਰਾ ਮਿਲਿਆ ਉਹ ਦੋ ਗੱਲਾਂ ਅਜੇ ਵੀ ਮੰਨ ਰਹੇ ਨੇ ਕਿ ਅਸੀਂ ਪੰਜਾਬ ਵਾਲਾ ਮਾਡਲ ਹੀ ਲਾਗੂ ਕਰਾਂਗੇ, ਉਹ ਵੀ ਕਹਿ ਰਹੇ ਆ ਕਿ ਛੇਤੀ ਕੀਤੇ ਅਸੀਂ ਕਿਸੇ ਰਾਜਸੀ ਪਾਰਟੀ ਨੂੰ ਇਹਦੀ ਲੀਡਰਸ਼ਿਪ ਨਹੀਂ ਦੇਵਾਂਗੇ, ਭਾਵੇਂ ਦੂਜੇ ਰਾਜਾਂ ਦੇ ਵਿੱਚ ਰਾਜਸੀ ਪਾਰਟੀਆਂ ਨਾਲ ਮੇਲ ਮਿਲਾਪ ਤਾਂ ਕਰ ਰਹੇ ਆ ਪਰ ਉਹਨਾਂ ਨੂੰ ਲੀਡਰਸ਼ਿਪ ਨਹੀਂ ਦੇਵਾਂਗੇ। ਦੂਜੀ ਗੱਲ ਕਿ ਆਪਸੀ ਮਤਭੇਦਾਂ ਦੇ ਹੋਣ ਦੇ ਬਾਵਜੂਦ ਅਸੀਂ ਜਿਹੜਾ ਇੱਕ ਮੁੱਖ ਮੁੱਦਾ ਹੈ ਜਾਂ ਜਿਹੜਾ ਘੱਟੋ ਘੱਟ ਪ੍ਰੋਗਰਾਮ ਉਹਦੇ ਤੇ ਸਹਿਮਤੀ ਰੱਖ ਕੇ ਚੱਲਾਂਗੇ। ਤੀਸਰਾ ਕਿ ਧਰਮ, ਜਾਤ ਜਾਂ ਇਲਾਕੇ ਦੇ ਨਾਂ ਤੇ ਕਿਸੇ ਵੀ ਵੰਡੀ ਨੂੰ ਪ੍ਰਵਾਨ ਨਹੀਂ ਕਰਾਂਗੇ। ਮੈਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੇ ਹੱਥ
ਬੜੀ ਦੇਰ ਬਾਅਦ ਇਹ ਇੱਕ ਮਾਣ ਆਇਆ। ਇਹਨੂੰ ਆਪਾਂ ਨਾ ਸਰਦਾਰੀ ਕਹੀਏ, ਨਾ ਆਪਾਂ ਇਹਨੂੰ ਰਾਜ ਸੱਤਾ ਦੇ ਵੱਲ ਨੂੰ ਕੋਈ ਜਾਂਦੀ ਪੌੜੀ ਕਹੀਏ, ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਉਹਨਾਂ ਨੇ ਮਾਣ ਦਿੱਤਾ ਹੈ। ਤੇ ਪੰਜਾਬ ਦੀ ਲੀਡਰਸ਼ਿਪ ਥੱਲੇ ਉੱਤੇ ਸਿਰ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਹੋਰ ਪੈ ਗਈ ਹੈਗੀ ਆ ਕਿ ਉਹ ਹੁਣ ਇਹਨਾਂ ਉੱਚੀਆਂ ਕਦਰਾਂ ਕੀਮਤਾਂ ਨੂੰ ਨਿਭਾ ਕੇ ਵੀ ਦਿਖਾਵੇ, ਕਿ ਜੇ ਨਾ ਨਿਭਾਊਗਾ ਤਾਂ ਫੇਰ ਕਿਹਾ ਜਾ ਸਕਦਾ ਹੈ ਕਿ ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰਦਰਦੀ ਵੀ ਹੁੰਦੀ ਆ। ਪੰਜਾਬ ਦੇ ਸਿਰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਪਾਈ ਗਈ ਹੈ ਜੀ। ਲੇਕਿਨ ਸਰਦਾਰ ਸਾਹਿਬ, ਜਦੋਂ ਕਿਸਾਨ ਜਥੇਬੰਦੀਆਂ ਭਾਵੇਂ ਉਹ ਸੱਜੀਆਂ ਸੀ ਖੱਬੀਆਂ ਸੀ, ਕਿਸੇ ਵੀ ਵਿਚਾਰਧਾਰਾ ਨੂੰ ਪ੍ਰਣਾਈਆਂ ਸੀ, ਇੱਕ ਮੰਚ ਦੇ ਉੱਤੋਂ ਉਹਨਾਂ ਪੰਜਾਬ ਦੀ ਧਰਤੀ ਤੇ ਹੀ ਇਹ ਇਕੱਠ ਵੀ ਕੀਤਾ, ਇੱਕ ਮੁਰਤਾ ਵੀ ਦਿਖਾਈ ਆ, ਇਹਦਾ ਸੁਨੇਹਾ ਵੀ ਗਿਆ, ਸਰਕਾਰ ਵੀ ਸਰਗਰਮ ਹੋਈ ਆ, ਸਿਆਸੀ ਧਿਰਾਂ ਵੀ ਸਰਗਰਮ ਹੋਈਆਂ। ਇਹਦੇ ਵੀ ਕੋਈ ਅਰਥ ਲਈਏ ਕਿ ਜੇ ਉਗਰਾਹਾਂ ਵਾਲਾ ਧੜਾ ਜਿਹੜਾ ਮਾਲਵੇ ਦੇ ਵਿੱਚ ਬਹੁਤ ਸਰਗਰਮ ਹੈ, ਜਿਹਦਾ ਆਪਣਾ ਮਾਸ ਬੇਸ ਤਗੜਾ ਹੈ, ਉਸ ਤੋਂ ਬਾਅਦ ਪੋਲੀਟੀਕਲ ਰਿਲੇਸ਼ਨਸ ਲਈ ਜਾਣੇ ਜਾਂਦੇ ਆ ਰਾਜੇਵਾਲ, ਔਰ ਫਿਰ ਜਿਹੜੀਆਂ ਛੋਟੀਆਂ ਮੋਟੀਆਂ ਸਾਰੀਆਂ ਜਥੇਬੰਦੀਆਂ ਉਹਨਾਂ ਦੇ ਆਗੂ ਇੱਕ ਮੰਚ ਤੇ ਦੇਰ ਬਾਅਦ ਦਿਲ ਤੋਂ ਇਕੱਠੇ ਨਜ਼ਰ ਆਏ ਆ। ਇਹਦਾ ਸੰਕੇਤ ਵੀ 26 ਜਨਵਰੀ ਨੂੰ ਜਿਹੜੀ ਛੋਟੀ ਜਿਹੀ ਨੁਕਸਾਨੀ ਗਈ ਲੜਾਈ ਸੀ, ਉਸ ਤੋਂ ਬਾਅਦ ਇਹ ਤੁਹਾਨੂੰ ਲੱਗਦਾ ਵੀ ਇਹਦੇ ਅਰਥ ਹੋਣਗੇ? ਦੇਖੋ ਰੰਧਾਵਾ ਸਾਹਿਬ, ਇੱਕ ਜਿਹਨੂੰ ਕਹਿੰਦੇ ਹੁੰਦੇ ਆ ਕਿ ਸ਼ਬਦ ਵਰਤਦੇ ਆ ਕਿ ਡੈਮੇਜ ਕੰਟਰੋਲ, ਜਿੰਨੀ ਤੇਜ਼ੀ ਨਾਲ ਡੈਮੇਜ ਕੰਟਰੋਲ ਇਸ ਵਾਰ ਹੋਇਆ, ਡੈਮੇਜ ਕੰਟਰੋਲ ਬੜੀ ਤੇਜ਼ੀ ਨਾਲ ਹੋਇਆ ਕਿ ਇੱਕ ਦਿਨ ਦੇ ਵਿੱਚ ਹੀ ਇਹ ਘਟਨਾ ਹੋਈ, ਦੂਸਰੇ ਦਿਨ ਹੀ ਰੌਲਾ ਪੈ ਗਿਆ, ਹੰਝੂਆਂ ਨੇ ਐਸਾ ਹੜ ਲੈ ਆਂਦਾ, ਲੋਕ ਫਿਰ ਜੁੜ ਗਏ ਤੇ ਪੰਜਾਬ ਦੇ ਲੋਕਾਂ ਨੇ ਤੇ ਇੱਕ ਤਹਈਆ ਕਰ ਲਿਆ ਹੈਗਾ, ਚਾਹੇ ਉਹ ਕਿਸੇ ਵੀ ਵਰਗ ਦਾ, ਚਾਹੇ ਉਹ ਕਿਸਾਨ ਵਰਗ ਦਾ ਵੀ ਨਹੀਂ, ਕਿ ਜੇ ਕਿਸਾਨ ਅੰਦੋਲਨ ਹਾਰਦਾ ਤਾਂ ਅਸੀਂ ਹਾਰਦੇ ਹਾਂ। ਸਿੱਟੇ ਵਜੋਂ ਕੀ ਹੈਗਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵੀ ਇੱਕ ਵੱਖਰੇ ਕਿਸਮ ਦਾ ਦਬਾਅ ਹੈ। ਹੋ ਸਕਦਾ ਹੋ ਇੱਕ ਦੂਜੇ ਨੂੰ ਨਾ ਪਸੰਦ ਕਰਦੇ ਹੋਣ, ਹੋ ਸਕਦਾ ਇੱਕ ਦੂਜੇ ਦੇ ਪ੍ਰੋਗਰਾਮਾਂ ਨੂੰ ਨਾ ਪਸੰਦ ਕਰਦੇ ਹੋਣ, ਪਰ ਇਸ ਵੇਲੇ ਖਲਕ ਦਾ, ਜਨਤਾ ਦਾ, ਮਾਸ ਦਾ ਇੰਨਾ ਜ਼ਿਆਦਾ ਦਬਾਅ ਆ ਕਿ ਉਹ ਕੋਈ ਗਲਤ ਗੱਲ ਕਰ ਹੀ ਨਹੀਂ ਸਕਦੇ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ। ਇਹਨੂੰ ਮੈਂ ਕਿ ਕਿਹਾ ਜਾ ਸਕਦਾ ਕਿ ਕਿਸਾਨ ਅੰਦੋਲਨ ਲਈ ਸ਼ੁਭ ਸ਼ਗਨ ਹੀ ਮੰਨਣਾ ਚਾਹੀਦਾ ਤੇ ਉਹ ਲੋਕ ਵੀ ਇਕੱਠੇ ਹੋਏ, ਜਾਂ ਕਹਿ ਲਓ ਕਿ ਉਹ ਧੜੇ ਵੀ ਇਕੱਠੇ ਹੋਏ, ਕਿ ਜਿਹੜੇ ਧੜਿਆਂ ਬਾਰੇ ਇਹ ਸੀਗਾ ਕਿ ਉਹ ਇਕੱਠੇ ਨਹੀਂ ਹੋ ਸਕਦੇ। ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੋਸ਼ਲ ਸਾਈਟਾਂ ਨਾਲ ਸੰਬੰਧਿਤ ਇੱਕ ਡਾਇਰੈਕਸ਼ਨ ਹੋਈ ਆ, ਔਰ ਉਹ ਟਵਿੱਟਰ ਨੂੰ ਵੀ ਹੋਈ ਆ, ਔਰ ਉਸ ਤੋਂ ਬਾਅਦ ਉਹ ਭਾਰਤ ਸਰਕਾਰ ਨੂੰ ਵੀ ਹੋਈ ਆ ਕਿ ਇਹਨਾਂ ਨੂੰ ਮੋਨੀਟਰ ਕਿਵੇਂ ਕੀਤਾ ਜਾਵੇ। ਇਸ ਅੰਦੋਲਨ ਦੇ ਵਿੱਚੋਂ ਇਹ ਵੀ ਮੁੱਦਾ ਉੱਠ ਕੇ ਆਇਆ। ਤੁਹਾਨੂੰ ਲੱਗਦਾ ਕਿ ਬੋਲਣ ਦੀ ਆਜ਼ਾਦੀ ਜਾਂ ਬੋਲਣ ਜਿਹੜੇ ਵਿਚਾਰਾਂ ਦੇ ਪ੍ਰਗਟਾਵੇ ਦਾ ਮਸਲਾ ਸੀ, ਉਹ ਵੀ ਇੱਥੇ ਸਾਹਮਣੇ ਆ ਰਿਹਾ, ਔਰ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਅੱਜ, ਜਿਹੜੇ 77 ਪੱਧਰ ਦੇ ਇੱਕ ਅਧਿਕਾਰੀ ਨਾਲ ਟਵਿੱਟਰ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਹੁੰਦੀ ਆ, ਔਰ ਉਹਦੇ ਵਿੱਚੋਂ ਇੱਕ ਬਿਆਨ ਵੀ ਆਉਂਦਾ ਹੈ ਕਿ ਮੋਰ ਦੈਨ 95% ਜਿਹੜੇ ਅਕਾਊਂਟ ਗਵਰਨਮੈਂਟ ਨੇ ਕਹੇ ਸੀ ਉਹ ਬਲੌਕ ਕੀਤੇ ਗਏ ਆ, ਜਿਹੜੀਆਂ ਉਹਨਾਂ ਨੇ ਪੋਸਟਾਂ ਹਟਾਉਣ ਲਈ ਕਿਹਾ ਸੀ ਪਬਲਿਸ਼ ਹੋਈਆਂ, ਉਹ ਵੀ ਹਟਾਈਆਂ ਗਈਆਂ। ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਇੱਕ ਵੱਖਰੇ ਤੌਰ ਤਰੀਕੇ ਨਾਲ ਵੀ ਕੰਮ ਕਰ ਰਹੀ ਹੈ, ਔਰ ਬੋਲਣ ਦੀ ਆਜ਼ਾਦੀ, ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਇੱਥੇ ਕਿਤੇ ਪ੍ਰਭਾਵਿਤ ਹੋ ਸਕਦਾ ਹੈ? ਬਿਲਕੁਲ ਜੀ ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਗੱਲ ਕੀਤੀ ਕਿ ਜਿਹੜਾ ਭਾਰਤ ਦਾ ਮੀਡੀਆ ਹੈ, ਖਾਸ ਕਰਕੇ ਜਿਹਦਾ ਨਾਂ ਹੀ ਹੁਣ ਗੋਦੀ ਮੀਡੀਆ ਟਿਕ ਗਿਆ ਹੈਗਾ, ਉਸ ਮੀਡੀਆ ਦਾ ਇੱਕ ਅਲਟਰਨੇਟ, ਉਹਦੇ ਸਮਾਨਾਂਤਰ ਜੇ ਬਦਲ ਸੀ ਤਾਂ ਉਹ ਸੋਸ਼ਲ ਮੀਡੀਆ ਸੀਗਾ। ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕੁਝ ਸੀਗਾ, ਸਿਰਫ ਕਿਹਾ ਜਾ ਸਕਦਾ ਕਿ ਟਵਿੱਟਰ ਜਾਂ ਫੇਸਬੁੱਕ, ਜਾਂ ਕਿਹਾ ਜਾ ਸਕਦਾ ਹੈਗਾ ਕਿ ਸਿਰਫ ਵੈਬ ਚੈਨਲ ਹੀ ਨਹੀਂ ਸੀਗੇ, ਉਹਦੇ ਵਿੱਚ ਬਹੁਤ ਕੁਝ ਸੀਗਾ। ਪਰ ਉਹਨੂੰ ਤਿੰਨ ਪੱਧਰਾਂ ਤੇ ਉਹਦੀ ਲੜਾਈ ਲੜੀ ਜਾ ਰਹੀ ਸੀ। ਇੱਕ ਪੱਧਰ ਆ ਜਿਹੜਾ ਉਹ ਲੜਾਈ ਦਾ ਹੈ ਕਿ ਤਕਨੀਕੀ ਪੱਧਰ, ਕਿ ਸਰਕਾਰ ਦਾ ਜਦੋਂ ਜੀ ਕਰਦਾ ਉਹ ਬੰਦ ਕਰ ਦਿੰਦੀ ਹੈ। ਦੂਸਰਾ ਉਹ ਬਿਲਕੁਲ ਹੀ ਦੇਸੀ ਜਾਲ ਤਰੀਕਾ ਹੈ ਕਿ ਜਿੰਨੇ ਦਿਨ ਬਾਰਡਰਾਂ ਦੇ ਉੱਤੇ ਬੰਦ ਕੀਤਾ ਨੈਟ, ਜਾਂ ਹਰਿਆਣੇ ਦੇ ਵਿੱਚ ਬੰਦ ਕੀਤਾ। ਦੂਸਰਾ ਇਹ ਕਿ ਨੈਟ ਚੱਲਦਾ ਰੱਖਿਆ ਜਾਵੇ ਪਰ ਸਲੋ ਕਰ ਦਿੱਤਾ ਜਾਵੇ। ਜੀ। ਤੀਸਰਾ ਇਹ ਕਿ ਤਕਨੀਕੀ ਪੱਧਰ ਨੂੰ ਜੇ ਛੱਡ ਦਈਏ ਤਾਂ ਸਰਕਾਰ ਕੋਲੇ ਕਾਨੂੰਨ ਆ ਕਿ ਜਿਹਦੇ ਅਧੀਨ ਉਹ ਕੁਝ ਸਾਈਟਸ ਨੂੰ ਬਲੌਕ ਕਰ ਸਕਦੀ ਆ, ਬੰਦ ਕਰ ਸਕਦੀ ਆ, ਅਲਟਰ ਕਰ ਸਕਦੀ ਆ, ਜਾਂ ਉਹਨੂੰ ਮਿਟਾਉਣ ਲਈ ਮਜਬੂਰ ਕਰ ਸਕਦੀ ਆ। ਅਗਲਾ ਜਿਹੜਾ ਪੱਧਰ ਹੈਗਾ ਕਿ ਜਿਹੜਾ ਸਰਕਾਰ ਪੱਖੀ ਜਾਂ ਭਾਰਤੀ ਜਨਤਾ ਪਾਰਟੀ ਪੱਖੀ ਜਿਹੜਾ ਮੀਡੀਆ ਹੈਗਾ, ਉਹ IT ਸੈੱਲ ਆ ਜਿਹੜਾ, ਉਹ ਆ ਕੇ ਵਿਚਾਰਧਾਰਕ ਲੜਾਈ ਵੀ ਲੜਦਾ। ਤੇ ਇੱਕ ਲੜਾਈ ਵਿਚਾਰਧਾਰਕ ਪੱਧਰ ਤੇ, ਇੱਕ ਤਕਨੀਕੀ ਪੱਧਰ ਤੇ ਇੱਕ ਕਾਨੂੰਨੀ ਪੱਧਰ ਤੇ, ਇਹ ਤਿੰਨ ਪੱਧਰਾਂ ਤੇ ਲੜਾਈ ਚੱਲ ਰਹੀ ਹੈ। ਸਭ ਤੋਂ ਜਿਹੜੀ ਮਾੜੀ ਗੱਲ ਹੈਗੀ ਆ ਕਿ ਲੋਕ ਰਾਜ ਦੇ ਵਿੱਚ ਜਿਹੜਾ ਕਿਹਾ ਜਾ ਸਕਦਾ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਤੋਂ ਬਾਅਦ ਜਿਹੜਾ ਚੌਥਾ ਥੰਮ ਕਿਹਾ ਜਾਂਦਾ ਸੀਗਾ, ਉਹ ਚੌਥਾ ਥੰਮ ਹੀ ਗਿਰਿਆ ਪਿਆ।
ਉਸ ਹਾਲਤ ਦੇ ਵਿੱਚ ਇਸ ਨੂੰ ਇਉਂ ਨਹੀਂ ਇਕੱਲਾ ਮੰਨਣਾ ਚਾਹੀਦਾ ਕਿ ਇਹ ਇੱਕ ਵਾਰ ਕਰਨ ਵਾਲਾ ਕੰਮ ਆ। ਇਹ ਹਰੇਕ ਅੰਦੋਲਨ ਲਈ ਨਹੀਂ, ਇਹ ਤਾਂ ਸਮੁੱਚੇ ਲੋਕ ਰਾਜ ਲਈ ਹੀ ਖਤਰਨਾਕ ਗੱਲ ਹੈਗੀ ਆ ਜਿਹੜੀ ਇਹ ਵਾਪਰ ਰਹੀ ਹੈਗੀ ਆ। ਹੈਰਾਨੀ ਵਾਲੀ ਗੱਲ ਹੈਗੀ ਆ ਕਿ ਇਸ ਦੇ ਮਾਮਲੇ ਦੇ ਵਿੱਚ ਜਿਸ ਪੱਧਰ ਤੇ ਹਜੇ ਆਵਾਜ਼ ਉੱਠਣੀ ਚਾਹੀਦੀ ਹੈ ਉਸ ਪੱਧਰ ਤੇ ਆਵਾਜ਼ ਨਹੀਂ ਉੱਠੀ ਜਾ ਰਹੀ। ਤੇ ਇਹ ਹੁੰਦਾ ਕਿ ਜਦੋਂ ਲਗਾਤਾਰ ਲੋਕਤੰਤਰ ਦੇ ਵਿੱਚ ਤੁਸੀਂ ਵਿਚਾਰਾਂ ਦਾ ਗਲਾ ਘੁੱਟਦੇ ਰਹਿੰਦੇ ਤੇ ਉਹ ਫਿਰ ਵਿਸਫੋਟਕ ਹੋ ਜਾਂਦਾ ਹੈ ਜੀ। ਹੋ ਸਕਦਾ ਹੈਗਾ ਕਿ ਫਿਰ ਇਹਦੇ ਸਿੱਟੇ ਜ਼ਿਆਦਾ ਯਾਨੀ ਭਿਆਨਕ ਨਿਕਲਣ ਸਰਕਾਰ ਲਈ। ਨਹੀਂ, ਮੇਰਾ ਇਹੀ ਸਵਾਲ ਸੀ, ਇਹੀ ਖਦਸ਼ਾ ਸੀਗਾ ਕਿ ਇਹ ਤਾਂ ਇੱਕ ਮੌਕਾ ਹੈ ਜਿਸ ਮੌਕੇ ਨੂੰ ਢਾਲ ਵਾਂਗ ਵਰਤ ਕੇ ਜੇ ਕਿਤੇ ਕੱਲ ਨੂੰ ਖੁਦਾ ਨਾ ਖਾਸਤਾ ਗਵਰਨਮੈਂਟ ਇਸ ਵਿਚਾਰਾਂ ਦੇ ਪ੍ਰਗਟਾਵੇ ਤੇ ਵੀ ਪਾਬੰਦੀ ਲਾ ਸਕੇ ਜਾਂ ਸੋਸ਼ਲ ਸਾਈਟਸ ਨੂੰ ਵੀ ਨਿਯੰਤਰਣ ਚ ਲੈਵੇ, ਔਰ ਇਹਦਾ ਕਿੱਡਾ ਵੱਡਾ ਨੁਕਸਾਨ ਹੋਣ ਵਾਲਾ। ਦੇਸ਼ ਵਿਆਪੀ ਇਹਦੇ ਉੱਤੇ ਟਿੱਪਣੀਆਂ ਜਾਂ ਕਿਸੇ ਗੱਲਬਾਤ ਦੀ ਅਣਹੋਂਦ ਆ ਜੇ, ਨਹੀਂ ਤਾਂ ਆਮ ਤੌਰ ਤੇ ਇੰਟਰਨੈਸ਼ਨਲ ਲੈਵਲ ਤੇ ਕਿਧਰੇ ਵੀ ਕੋਈ ਛੋਟੀ ਮੋਟੀ ਵੀ ਤਬਦੀਲੀ ਹੁੰਦੀ ਹੈ ਨੀਤੀ ਦੀ, ਇਹਨਾਂ ਮਾਮਲਿਆਂ 'ਚ ਤੇ ਲੋਕ ਹੁੱਬ ਕੇ ਪਟੀਸ਼ਨਾਂ ਪਾਉਣ ਲੱਗ ਜਾਂਦੇ ਆ, ਕੰਪੇਨ ਸ਼ੁਰੂ ਕਰ ਦਿੰਦੇ ਆ। ਲੇਕਿਨ ਅੱਜ ਭਾਵੇਂ ਕਿਸੇ ਇੱਕ ਨਾ ਵਾਪਰ ਰਿਹਾ, ਲੇਕਿਨ ਗੱਲ ਸਹੇ ਦੀ ਨਹੀਂ, ਗੱਲ ਪਏ ਦੀ ਆ। ਗਵਰਨਮੈਂਟ ਜੇ ਇਹਨਾਂ ਅਦਾਰਿਆਂ ਨੂੰ, ਨਿੱਜੀ ਪੱਧਰ ਦੀਆਂ ਸਾਈਟਸ ਨੂੰ ਨਿਯੰਤਰਣ ਕਰਨ ਦੇ ਮੂਡ 'ਚ ਹੋਵੇ ਤੇ ਫਿਰ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਖਤਰਨਾਕ ਲੋਕਤੰਤਰ ਲਈ ਕੁਝ ਵੀ ਨਹੀਂ ਹੋਏਗਾ। ਇੱਥੇ ਹੁਣ ਕਿਹੜੇ ਕਦਮ ਲਏ ਜਾਣੇ ਚਾਹੀਦੇ ਸੀ, ਕਿਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ? ਦੇਖੋ, ਇੱਕ ਗੱਲ ਤੇ ਇਹ ਹੈਗੀ ਆ ਕਿ ਇਹ ਲੜਾਈ ਵੀ ਜੇ ਕਈ ਪੱਧਰੀ ਹੈ ਤੇ ਕਈ ਪੱਧਰ ਤੇ ਹੀ ਲੜਨੀ ਚਾਹੀਦੀ ਆ। ਇੱਕ ਤਾਂ ਇਹ ਕਿ ਇਹਦਾ ਜਿਹੜਾ ਕਾਨੂੰਨੀ ਪੱਖ ਹੈਗਾ ਉਹਦੇ ਬਾਰੇ ਵਾਰ-ਵਾਰ ਸਾਨੂੰ ਕਾਨੂੰਨ ਦੇ ਪੱਖੋਂ ਵੀ ਇਹ ਲੜਾਈ ਲੜਨੀ ਪਊਗੀ। ਇਹ ਕਾਨੂੰਨੀ ਪੱਖੋਂ ਲੜਾਈ ਭਾਰਤ ਦੀਆਂ ਅਦਾਲਤਾਂ ਵਿੱਚ ਹੀ ਲੜਨ ਵਾਲੀ ਆ, ਸਗੋਂ ਇੰਟਰਨੈਸ਼ਨਲ ਲੈਵਲ ਤੇ ਵੀ ਲੜਨ ਵਾਲੀ ਹੈ। ਦੂਸਰੀ ਜਿਹੜੀ ਲੜਾਈ ਆ ਵਿਚਾਰਧਾਰਕ ਪੱਖ ਤੇ, ਉਹ ਵੀ ਲੜਨੀ ਪਊਗੀ। ਉਹ ਨਾ ਕੇਵਲ ਭਾਰਤ ਦੇ ਵਿੱਚ ਜਿਹਨੂੰ ਕਹਿ ਸਕਦੇ ਆ ਕਿ ਸੜਕ ਤੇ ਲੜਨੀ ਪਊਗੀ, ਸਗੋਂ ਇੰਟਰਨੈਸ਼ਨਲ ਜਿਹੜੇ ਪਲੇਟਫਾਰਮ ਆ ਉਹਨਾਂ ਤੇ ਵੀ ਇਹ ਲੜਾਈ ਲੜਨੀ ਪਊਗੀ। ਤੀਸਰੀ ਇਹ ਜਿਹੜਾ ਵੱਡਾ ਯੁੱਧ ਹੈਗਾ ਸਾਈਬਰ ਸਪੇਸ ਦਾ ਯੁੱਧ ਹੈਗਾ ਕਿ ਸਾਈਬਰ ਸਪੇਸ ਦੇ ਵਿੱਚ ਤੁਸੀਂ ਸਪੇਸ ਗ੍ਰਹਿਣ ਕਰਨ ਲਈ ਜਿਹੜੀਆਂ ਨਵੀਆਂ ਟੈਕਨੀਕਸ ਨੇ ਉਹਨਾਂ ਨਾਲ ਵੀ ਸਾਨੂੰ ਵਾਸਤਾ ਹੋਣਾ ਪਵੇਗਾ। ਅਗਲੀ ਜਿਹੜੀ ਗੱਲ ਆ ਕਿ ਜਦੋਂ ਭਰੋਸੇਯੋਗਤਾ ਬਿਲਕੁਲ ਹੀ ਖਤਮ ਹੋ ਚੁੱਕੀ ਹੈਗੀ ਆ, ਜਿਹਨੂੰ ਮੇਨ ਸਟ੍ਰੀਮ ਆ, ਤਾਂ ਲੋਕਾਂ ਕੋਲ ਸੂਚਨਾ ਪ੍ਰਾਪਤ ਕਰਨ ਦਾ ਜਿਹੜਾ ਅਲਟਰਨੇਟ ਢੰਗ ਹੈਗਾ ਇਹਦੇ ਵੀ ਅੱਗੋਂ ਅਲਟਰਨੇਟ ਪੈਦਾ ਹੋਣਗੇ ਕਿ ਅਲਟਰਨੇਟ ਵਿਦਨ ਅਲਟਰਨੇਟ ਪੈਦਾ ਹੋਣਗੇ ਕਿ ਜੇ WhatsApp ਆਪਣੀਆਂ ਤਬਦੀਲੀਆਂ ਕਰਦਾ ਤਾਂ ਲੋਕ ਹੋਰ ਐਪਸ ਦੇ ਉੱਤੇ ਸ਼ਿਫਟ ਕਰਨਾ ਚਾਹੁੰਦੇ ਆ। ਇਸੇ ਤਰ੍ਹਾਂ ਜੇ ਕੱਲ ਨੂੰ ਲੱਗਦਾ ਹੈਗਾ ਕਿ YouTube ਆ ਜਿਹੜੀ ਉਹ ਨਹੀਂ ਸਾਡਾ ਕੰਮ ਕਰ ਰਹੀ ਤਾਂ ਲੋਕ ਹੋਰ ਐਪਸ ਦੇ ਉੱਤੇ ਕਰਨਗੇ। ਤਾਂ ਨਿਸ਼ਚੈ ਹੀ ਇਹ ਲੜਾਈ ਤਕਨੀਕੀ ਪੱਧਰ ਤੇ ਵੀ, ਕਾਨੂੰਨੀ ਪੱਧਰ ਤੇ ਵੀ, ਰਾਜਸੀ ਪੱਧਰ ਤੇ ਵੀ ਲੜਨੀ ਪੈਣੀ ਆ। ਤੇ ਇਹ ਜਿਹੜੀ ਲੜਾਈ ਆ ਸੂਚਨਾ ਦੀ ਲੜਾਈ ਆ, ਜਿਹੜੀ ਮਨੁੱਖੀ ਅਧਿਕਾਰਾਂ ਦੀ ਲੜਾਈ ਆ, ਲੋਕਤੰਤਰ ਦੀ ਲੜਾਈ ਆ। ਤੇ ਇਸ ਲੜਾਈ ਦੇ ਵਿੱਚ ਨਿਸ਼ਚੈ ਹੀ ਜਿਹਦੇ ਕੋਲੇ ਸਾਧਨ ਵੱਧ ਨੇ, ਜਿਹਦੇ ਕੋਲੇ ਸੱਤਾ ਹੈ, ਉਹਦਾ ਹੱਥ ਤਾਂ ਉੱਤੇ ਹੁੰਦਾ ਹੀ ਆ। ਪਰ ਇਸ ਦੇ ਬਾਵਜੂਦ ਵੀ ਜਦੋਂ ਕ੍ਰਾਂਤੀ ਆਉਂਦੀ ਆ, ਜਦੋਂ ਯੁੱਗ ਪਲਟਾਵੇ ਆਉਂਦੇ ਆ, ਤਾਂ ਉਸ ਸਮੇਂ ਨਵੇਂ ਰਾਹ ਵੀ ਨਵੇਂ ਲੋਕ ਉਲੀਕਦੇ ਆ। ਤੇ ਮੈਨੂੰ ਇਸ ਗੱਲ ਦੀ ਪੂਰੀ ਆਸ ਆ ਕਿ ਜਿੰਨਾ ਵੱਧ ਇਹਦੇ ਤੇ ਦਬਾਅ ਪਾਇਆ ਜਾਊਗਾ ਓਨਾ ਹੀ ਨਵਾਂ ਤਰੀਕਾ ਨਿਕਲੂਗਾ। ਜਿਵੇਂ ਅਸੀਂ ਵੇਖਿਆ ਸੀ ਕਿ ਜਦੋਂ ਚੀਨ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋ ਰਹੇ ਸੀਗੇ, ਹਾਂਗਕਾਂਗ ਦੇ ਵਿੱਚ, ਯਾਨੀ ਚੀਨ ਚ ਨਾ ਕਹੀਏ, ਹਾਂਗਕਾਂਗ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋ ਰਹੇ ਸੀਗੇ, ਇੰਟਰਨੈਟ ਬੰਦ ਕਰ ਦਿੱਤੇ ਜਾਂਦੇ ਸੀਗੇ, ਐਪਸ ਜਾਮ ਕਰ ਦਿੱਤੀਆਂ ਜਾਂਦੀਆਂ ਸੀਗੀਆਂ, ਤੇ ਲੋਕਾਂ ਨੇ ਬਹੁਤ ਹੀ ਇੱਕ ਪੁਰਾਣਾ ਮੈਥਡ ਆ ਜਿਹੜਾ ਕਿ ਰੇਲ ਗੱਡੀਆਂ ਦੇ ਪਿੱਛੇ ਲਿਖ ਦਿਓ ਕਿ ਕਿਹੜੇ ਥਾਂ ਤੇ ਰੈਲੀ ਹੋਣੀ ਹੈ, ਤੇ ਜਿੱਥੇ ਜਿੱਥੇ ਰੇਲ ਗੱਡੀਆਂ ਜਾਂਦੀਆਂ ਸੀਗੀਆਂ ਉਹ ਮਟਾਉਂਦੇ ਹੀ ਰਹਿ ਜਾਂਦੇ ਸੀਗੇ ਕਿ ਹਰੇਕ ਬੰਦਾ ਜਿਹੜਾ ਨਵੇਂ ਥਾਂ ਤੇ ਲਿਖ ਦਿੰਦਾ ਸੀਗਾ। ਤੇ ਸੰਚਾਰ ਦੇ ਨਵੇਂ ਮਾਧਿਅਮ ਡਿਵੈਲਪ ਹੋ ਜਾਂਦੇ ਆ। ਤੇ ਇੰਟਰਨੈਟ ਦੇ ਵਿੱਚ ਤਾਂ ਬਹੁਤ ਹੀ ਸੰਭਾਵਨਾਵਾਂ ਪਈਆਂ, ਇੰਨੀਆਂ ਐਪਸ, ਇੰਨੇ ਪੇਜ, ਇੰਨੀਆਂ ਚੀਜ਼ਾਂ ਨੇ ਕਿ ਕਾਹਦੇ ਉੱਤੇ ਪਾਬੰਦੀ ਲੱਗੂਗੀ। ਇਹ ਸਰਕਾਰ ਨੂੰ ਆਪਣਾ ਰਵੱਈਆ ਸੁਧਾਰਨਾ ਚਾਹੀਦਾ, ਨਾ ਕਿ ਇਸ ਕਿਸਮ ਦੇ ਜਿਹੜੇ ਫਾਸਿਜ਼ਮ ਵੱਲ ਜਾਂਦੇ ਜਿਹੜੇ ਕਦਮ ਪੁੱਟਣੇ ਚਾਹੀਦੇ। ਅੱਛਾ, ਮੈਨੂੰ ਇਹ ਜ਼ਰੂਰ ਦੱਸਿਓ ਕਿਉਂਕਿ ਪੰਜਾਬ ਦੇ ਵਿੱਚ ਪਰਸੋਂ ਇਲੈਕਸ਼ਨ ਹੈ ਔਰ ਇਲੈਕਸ਼ਨ ਲਈ ਦੋਵੇਂ ਧਿਰਾਂ, ਖਾਸ ਤੌਰ ਤੇ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਪੱਬਾਂ ਭਾਰ ਸੀਗੇ। ਇੰਜ ਲੱਗਿਆ ਹੀ ਨਹੀਂ ਕਿ ਜਿਹੜੇ ਕਹਿੰਦੇ ਸੀਗੇ ਕਿਸਾਨੀ ਅੰਦੋਲਨ ਸਾਡਾ ਹੈ, ਜਿਹੜੇ ਕਹਿੰਦੇ ਸੀਗੇ ਕਿ ਇਹ ਜਿਹੜੀ ਇਹ ਮਸਲਾ ਹੈ ਇਹ ਸਾਡੇ ਲੋਕਾਂ ਦਾ ਹੈ ਔਰ ਸਾਡੇ ਵਰਕਰ ਪਾਰਟਿਸਿਪੇਟ ਕਰ ਰਹੇ ਆ, ਜਦੋਂ ਹੀ ਇਲੈਕਸ਼ਨ ਆਈ ਔਰ ਲੜਾਈਆਂ ਝਗੜੇ ਵੀ, ਕਤਲਾਂ ਤੱਕ ਗੱਲਾਂ ਹੋਈਆਂ, ਪਾਰਟੀਆਂ ਦੇ ਵੱਡੇ ਲੀਡਰ, ਈਵਨ ਸੁਖਬੀਰ ਸਿੰਘ ਬਾਦਲ ਵੀ, ਸੁਨੀਲ ਜਾਖੜ ਵੀ ਔਰ ਭਗਵੰਤ ਮਾਨ ਤਾਂ ਹੈ ਹੀ, ਸਾਰਿਆਂ ਨੇ
ਚੋਣ ਪ੍ਰਚਾਰ ਵੀ ਕੀਤਾ ਔਰ ਜਿਸ ਹੱਦ ਤੱਕ ਵੀ ਜਾ ਸਕਦੇ ਗਏ। ਤੁਹਾਨੂੰ ਇਸ ਦ੍ਰਿਸ਼ ਦੇ ਵਿੱਚ ਜਿਹੜੀ ਕਿਸਾਨੀ ਅੰਦੋਲਨ ਦੇ ਨਜ਼ਰੀਓਂ ਜਾਗਰੂਕਤਾ ਆਈ ਆ, ਪਰਸੋਂ ਹੋਣ ਵਾਲੀ ਇਲੈਕਸ਼ਨ 'ਚ ਉਹਦਾ ਅਸਰ ਦੇਖਣ ਨੂੰ ਮਿਲ ਸਕਦਾ? ਵੋਟਰ ਕੀ ਕੈਂਡੀਡੇਟ ਆਪਣੇ ਹਿਸਾਬ ਨਾਲ, ਜਾਗਰੂਕਤਾ ਦੇ ਹਿਸਾਬ ਨਾਲ ਕਿਧਰੇ ਚੁਣ ਸਕਦੇ ਆ, ਜਾਂ ਅਜੇ ਵੀ ਅਸੀਂ ਲਕੀਰ ਦੇ ਫਕੀਰ ਰਵਾਂਗੇ? ਇਸ ਚੇਤਨਾ ਦਾ ਤੇ ਇਸ ਇਲੈਕਸ਼ਨ ਚੋਂ ਨਜ਼ਰ ਆਉਂਦਾ ਕੋਈ ਤੱਥ ਤੁਹਾਨੂੰ ਲੱਭਦਾ? ਦੇਖੋ, ਦੋ ਗੱਲਾਂ ਮਹੱਤਵਪੂਰਨ ਨੇ। ਪਹਿਲੀ ਗੱਲ ਤੇ ਇਹ ਮਹੱਤਵਪੂਰਨ ਆ ਜੀ ਕਿ ਵੀ ਜਿਹੜੀਆਂ ਇਸ ਵੇਲੇ ਕਿਸਾਨ ਧਿਰਾਂ ਲੜ ਰਹੀਆਂ ਨੇ, ਉਹਨਾਂ ਨੇ ਪਹਿਲਾਂ ਹੀ ਕਿਹਾ, ਅਜੇ ਤੱਕ ਕਿਹਾ ਹੋਇਆ ਕਿ ਅਸੀਂ ਕਿਸੇ ਨੂੰ ਚੋਣਾਂ ਵਾਲੀ ਪਾਰਟੀ ਨੂੰ ਇੱਥੇ ਬੋਲਣ ਨਹੀਂ ਦੇਵਾਂਗੇ, ਜਾਂ ਅਸੀਂ ਹਜੇ ਚੋਣਾਂ ਦੇ ਵਿੱਚ ਭਾਗ ਨਹੀਂ ਲਵਾਂਗੇ। ਲਗਭਗ ਸਭ ਦਾ ਸਪਸ਼ਟ ਲਾਣਾ। ਤੇ ਉਸ ਹਾਲਤ ਦੇ ਵਿੱਚ ਕੁਝ ਲੋਕ ਤਾਂ ਇਸ ਪੱਖੋਂ ਵੀ ਕ੍ਰਿਟੀਸਾਈਜ਼ ਕਰਦੇ ਸੀ ਕਿ ਜਿਹੜਾ ਇਹ ਟਾਈਮ ਚੁਣਿਆ ਮਹਾਰਾਜਾ ਸਾਹਿਬ ਨੇ, ਉਹ ਵੈਸੇ ਤੱਕ ਕਿਸਾਨਾਂ ਦੇ ਹਮਾਇਤੀ ਜਾਪਦੇ ਆ, ਪਰ ਇਸ ਕਾਰਵਾਈ ਨਾਲ ਕੀ ਉਹ ਪੰਜਾਬ ਦੇ ਲੋਕਾਂ ਨੂੰ ਬਾਰਡਰਾਂ ਤੋਂ ਵਾਪਸ ਪੰਜਾਬ ਤਾਂ ਨਹੀਂ ਪਰਤਾਉਣਾ ਚਾਹੁੰਦੇ ਸੀ? ਇਹ ਇੱਕ ਦੋਸ਼ ਲੱਗਦਾ ਰਿਹਾ ਅੰਦਰ ਖਾਤੇ। ਪਰ ਦੂਸਰੀ ਜਿਹੜੀ ਗੱਲ ਹੈ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਜ਼ਿਆਦਾਤਰ ਸ਼ਹਿਰੀ ਖੇਤਰ ਦੇ ਵਿੱਚ ਹੋਣਗੀਆਂ, ਕਿਉਂਕਿ ਜਿਹੜੀਆਂ ਨਗਰ ਪਾਲਿਕਾ ਜਾਂ ਨਗਰ ਕੌਂਸਲਾਂ ਜਿਹੜੀਆਂ ਇਹ ਸ਼ਹਿਰੀ ਜਾਂ ਕਸਬਿਆਂ ਦੇ ਵਿੱਚ ਹੋਣੀਆਂ। ਤਾਂ ਉਸ ਸਥਿਤੀ ਦੇ ਵਿੱਚ ਜ਼ਿਆਦਾ ਜਿਹੜੀ ਵਸੋਂ ਪਿੰਡੂ ਵਸੋਂ ਸੀਗੀ। ਅਗਲੀ ਜਿਹੜੀ ਗੱਲ ਆ ਕਿ ਆਮ ਕਰਕੇ ਸਮਝਿਆ ਜਾਂਦਾ ਹੁੰਦਾ ਕਿ ਜਿਹੜੀਆਂ ਸਥਾਨਕ ਬਾਡੀ ਦੀਆਂ ਚੋਣਾਂ ਹੁੰਦੀਆਂ ਤਾਂ ਸੱਤਾਧਾਰੀ ਪਾਰਟੀ ਨੇ ਜਿੱਤੀ ਲੈਣੀਆਂ ਹੁੰਦੀਆਂ। ਹਰ ਪਾਰਟੀ ਹੀ, ਜੇ ਪਿਛਲੇ ਅਖਬਾਰ ਪੜ੍ਹੀਏ ਨਾ ਜੀ, ਪਿਛਲੇ 15 ਸਾਲਾਂ ਦੇ, ਜਿਹੜੇ ਵੀ ਸੱਤਾਧਾਰੀ ਹੋਵੇ ਉਹਦੇ ਉਲਟ ਹਮੇਸ਼ਾ ਇਹੀ ਦੋਸ਼ ਲੱਗਦਾ ਹੁੰਦਾ ਕਿ ਆਪਦੇ ਬੰਦਿਆਂ ਨੂੰ ਜਿਤਾ ਰਹੇ ਆ। ਤੇ ਇਹਦੇ ਵਿੱਚ ਕਾਫੀ ਹੱਦ ਤੱਕ ਗੱਲ ਵੀ ਸਚਾਈ ਵੀ ਹੁੰਦੀ ਆ। ਪਰ ਇਸ ਵਾਰ ਦੋ ਸਥਿਤੀਆਂ ਬਿਲਕੁਲ ਵੱਖਰੀਆਂ। ਪਹਿਲੀ ਸਥਿਤੀ ਤਾਂ ਇਹ ਬਿਲਕੁਲ ਵੱਖਰੀ ਹੈਗੀ ਆ ਕਿ ਸਰਕਾਰ ਦਾ ਸਮਾਂ ਨਹੀਂ ਬਹੁਤਾ ਰਹਿੰਦਾ। ਆਮ ਕਰਕੇ ਸਥਾਨਕ ਬਾਡੀ ਦੀਆਂ ਜਿਹੜੀਆਂ ਚੋਣਾਂ ਸਰਕਾਰਾਂ ਉਹ ਆਉਂਦੀਆਂ ਹੀ ਕਰਾ ਲੈਂਦੀਆਂ ਹੁੰਦੀਆਂ ਕਿ ਹੁਣੇ ਜਿੱਤੇ ਆ। ਇਸ ਵਾਰੀ ਤਾਂ ਮੈਂ ਕਿ ਜਿਹਨੂੰ ਕਹਿੰਦੇ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ। ਦੂਜੀ ਜਿਹੜੀ ਗੱਲ ਹੈਗੀ ਇਹਦੇ ਵਿੱਚ ਇਹ ਮਹੱਤਵਪੂਰਨ ਹੈ ਕਿ ਸ਼ਹਿਰਾਂ ਦੀ ਇੱਕ ਵੱਡੀ ਪਲੇਅਰ ਆ ਜਿਹੜੀ ਬੀਜੇਪੀ ਆ, ਤੇ ਬੀਜੇਪੀ ਨੂੰ ਤਾਂ ਹਰ ਥਾਂ ਤੇ ਭਜਾਇਆ ਜਾ ਰਿਹਾ। ਕਈ ਵਾਰੀ ਤਾਂ ਸਮਾਂ ਮੇਰੇ ਵਰਗਾ ਜਿਹੜਾ ਜ਼ਿਆਦਾ ਹੀ ਕੋਈ ਲੋਕਤੰਤਰੀ ਆ, ਉਹਨੂੰ ਇਹ ਵੀ ਡਰ ਲੱਗਣ ਲੱਗ ਪੈਂਦਾ ਕਿ ਇਹ ਬੀਜੇਪੀ ਨਾਲ ਵੀ ਲੋਕਾਂ ਨੂੰ ਨਹੀਂ ਕਰਨੀ ਚਾਹੀਦੀ ਜਿੰਨੀ ਬੁਰੀ ਪੰਜਾਬ ਦੇ ਲੋਕ ਕਰ ਰਹੇ ਕਿ ਜਿੱਥੇ ਵੀ ਉਹਨਾਂ ਦੇ ਬੰਦੇ ਪ੍ਰਚਾਰ ਲਈ ਜਾਂਦੇ ਆ, ਉੱਥੇ ਲੋਕ ਉਹਨਾਂ ਦੇ ਮਗਰ ਇੰਨੀਆਂ ਗੰਦੀਆਂ ਗਾਲਾਂ ਕੱਢਦੇ ਨੇ, ਉਹਨਾਂ ਦੇ ਮਗਰ ਡਲੇ ਰੋੜੇ ਤੱਕ ਚਲਾ ਦਿੰਦੇ ਆ। ਉਹਨਾਂ ਨੂੰ ਭੱਜਣਾ ਮੁਸ਼ਕਲ ਹੋਇਆ ਹੋਇਆ ਤੇ ਇੱਕ ਬੀਜੇਪੀ ਇੱਕ ਪਲੇਅਰ ਵਜੋਂ ਉੱਥੇ ਪਾਸੇ ਹਟੀ ਵੀ ਆ, ਜਾਂ ਕਹਿ ਲਓ ਕਿ ਸਾਈਡ ਲਾਈਨ ਹੋਈ ਵੀ ਆ। ਵੈਸੇ ਮੇਰੀ ਆਪਦੀ ਨਿੱਜੀ ਮੱਤ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਬੰਦੇ ਹੀ ਜਿੱਤਣਗੇ ਜਿਹੜੇ ਲੋਕੀ ਸਥਾਨਕ ਪੱਧਰ ਤੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਏ, ਉਹਨਾਂ ਦਾ ਵਿਅਕਤੀਗਤ ਸੁਭਾਅ ਚੰਗਾ ਹੋਇਆ ਤੇ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਚੰਗੇ ਕੰਮ ਕੀਤੇ ਹੋਏ, ਉਹ ਜਿੱਤ ਜਾਣਗੇ ਭਾਵੇਂ ਕਿਸੇ ਵੀ ਪਾਰਟੀ ਨਾਲ ਹੋਣ। ਉਹ ਪਾਰਟੀਆਂ ਦੇ ਦਬਾਅ ਨੇ ਕਿ ਸਾਡੇ ਚੋਣ ਨਿਸ਼ਾਨ ਤੇ ਚੋਣ ਲੜੋ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਬੰਦਿਆਂ ਨੇ ਪਾਰਟੀ ਦੇ ਚੋਣ ਨਿਸ਼ਾਨ ਇਸ ਪ੍ਰਭਾਵ ਦੀ ਨਹੀਂ ਛੱਡਿਆ ਕਿ ਅਸੀਂ ਕਿਸਾਨਾਂ ਦੀਆਂ ਨਾਰਾਜ਼ਗੀ ਨਾਲ ਝੱਲ ਲਈਏ। ਇਸ ਦੇ ਬਾਵਜੂਦ ਜਿਹੜੇ ਪਾਰਟੀ ਚੋਣ ਨਿਸ਼ਾਨ ਤੇ ਵੀ ਚੋਣਾਂ ਲੜਨਗੇ, ਮੇਰਾ ਖਿਆਲ ਆ ਉਹ ਵੀ ਇਸ ਵਾਰ ਚੰਗੇ ਉਮੀਦਵਾਰ ਹੀ ਜਿੱਤਣਗੇ, ਕਿਉਂਕਿ ਲੋਕਾਂ ਦੇ ਵਿੱਚ ਚੇਤਨਾ ਦਾ ਇੱਕ ਪੱਧਰ ਬਹੁਤ ਉੱਪਰ ਹੋਇਆ ਹੋਇਆ ਇਸ ਸਮੇਂ। ਲੇਕਿਨ ਜਦੋਂ ਤੁਸੀਂ ਸਮਾਨਾਂਤਰ ਬੀਜੇਪੀ ਨੂੰ ਇਲੈਕਸ਼ਨ ਲੜਦਿਆਂ ਵੇਖਦੇ ਹੋ ਇਹਨਾਂ ਹਾਲਾਤਾਂ 'ਚ, ਤੁਹਾਨੂੰ ਨਹੀਂ ਲੱਗਦਾ ਕਿ ਇਹ ਬੜਾ ਹੀ ਬਚਕਾਨਾ ਫੈਸਲਾ ਸੀਗਾ? ਇੱਕ ਪਾਸੇ ਪੂਰੇ ਦਾ ਪੂਰਾ ਟਕਰਾਅ ਹੈ, ਜਿਸ ਤਰੀਕੇ ਨਾਲ ਅੰਦੋਲਨ ਪੰਜਾਬ ਦੇ ਬੱਚੇ ਤੱਕ ਪਹੁੰਚਿਆ, ਤੇ ਉਸ ਸਥਿਤੀ ਦੇ ਵਿੱਚ ਬੀਜੇਪੀ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਆ ਉਹਦਾ ਇਹਨਾਂ ਮਿਊਨਿਸਪਲ ਕੌਂਸਲਾਂ ਦੀਆਂ ਚੋਣਾਂ ਦੇ ਵਿੱਚ ਨਿਤਰਨਾ, ਉਤਰਨਾ, ਪ੍ਰਚਾਰ ਕਰਨਾ, ਚੋਣ ਮੈਨੀਫੈਸਟੋ ਦੇਣਾ, ਤੁਹਾਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਹੀ ਬੱਚਿਆਂ ਵਾਲੀ ਗੇਮ ਬਣਾਤੀ ਇਹਨਾਂ ਨੇ, ਜਿਹਦੇ ਵਿੱਚ ਇਹਨਾਂ ਨੂੰ ਪਤਾ ਸੀ ਕੁਝ ਹਾਸਲ ਵੀ ਨਹੀਂ ਹੋਣ ਵਾਲਾ, ਲੇਕਿਨ ਚਾਹੁੰਦੇ ਤਾਂ ਇਹ ਤੋਂ ਬਚ ਸਕਦੇ ਸੀਗੇ, ਉਹਨਾਂ ਕੋਲ ਤਾਂ ਰਸਤਾ ਵੀ ਸੀਗਾ? ਦੇਖੋ, ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ, ਉਹ ਭਾਰਤੀ ਜਨਤਾ ਪਾਰਟੀ 'ਚ ਨਥਿੰਗ, ਉਹ ਆਰਐਸਐਸ ਦਾ ਰਾਜ ਸੀਵਿੰਗੀ ਆ। ਤੇ ਆਰਐਸਐਸ ਆ ਜਿਹੜੀ ਉਹ ਇੱਕ ਇਹੋ ਜਿਹੀ ਜਥੇਬੰਦੀ ਆ ਕਿ ਜਿਹੜੀ ਇੱਕ ਵਿਚਾਰਧਾਰਾ ਤੇ ਬੇਸਡ ਆ। ਅਸੀਂ ਉਹਦੇ ਨਾਲ ਸਹਿਮਤ ਹੋਈਏ ਨਾ ਹੋਈਏ, ਬਾਕੀ ਉਹ ਇੱਕ ਵਿਚਾਰਧਾਰਾ ਤੇ ਬੇਸਡ ਹੈਗੀ ਆ, ਤੇ ਉਹ ਆਪਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਹਰ ਵੇਲੇ ਲੱਗੇ ਰਹਿੰਦੇ ਨੇ। ਉਹ ਵੀ ਸਥਿਤੀ ਰਹੀ ਆ ਕਿ ਕਿਸੇ ਵੇਲੇ ਪੰਜਾਬ ਦੇ ਕਾਲਜਾਂ ਦੇ ਵਿੱਚ ਇੱਕ ਬੰਦਾ ਹੁੰਦਾ ਸੀ ਏਬੀਵੀ ਤਾਂ ਫਿਰ ਵੀ ਲੱਗਿਆ ਰਹਿੰਦਾ ਸੀ। ਅਸੀਂ ਇਹ ਵੀ ਜਾਣਦੇ ਹਾਂ ਕਿ ਉਹਨਾਂ ਦੀਆਂ ਲੋਕ ਸਭਾ ਦੇ ਵਿੱਚ ਵੀ ਬਹੁਤ ਘੱਟ ਸੀਟਾਂ ਰਹੀਆਂ, ਬਾਕੀ ਸੈਕੰਡ ਡਿਜਿਟਸ ਵੀ ਉਹ ਕ੍ਰਾਸ ਨਹੀਂ ਸੀ ਕਰਦੇ। ਉਦੋਂ ਵੀ ਉਹ ਆਪਣੀ ਗੱਲ ਤੇ ਬੋਲਦੇ ਰਹੇ ਆ। ਚੰਗਾ ਜਾਂ ਮਾੜਾ ਗੱਲ ਵੱਖਰੀ ਆ, ਕਾਡਰ ਆਧਾਰਿਤ ਪਾਰਟੀ ਆ, ਵਿਚਾਰਧਾਰਾ ਆਧਾਰਿਤ ਪਾਰਟੀ ਆ, ਪੱਕਾ ਉਹਨਾਂ ਨੂੰ
ਇਹ ਆਦੇਸ਼ ਨੇ ਕਿ ਤੁਸੀਂ ਹਰ ਹਾਲਤ ਵਿੱਚ ਜਾਣਾ ਹੈ। ਅੱਛਾ, ਉਹ ਜਿਹੜਾ ਜਾਣਾ ਹੈ ਉਹਨਾਂ ਦਾ, ਉਹਦੇ ਵਿੱਚ ਇੱਕ ਲਾਲਚ ਜ਼ਰੂਰ ਛੁਪਿਆ ਹੋਇਆ ਹੈ ਕਿ ਉਹਨਾਂ ਨੂੰ ਇਹ ਹੈ ਕਿ ਸੈਂਟਰ ਵਿੱਚ ਸਾਡੀ ਪਾਰਟੀ ਹੋਣ ਕਰਕੇ ਜੇ ਇੱਥੇ ਸਾਡਾ ਕੋਈ ਨੁਕਸਾਨ ਹੋਊਗਾ ਤਾਂ ਉਹਦੀ ਭਰਪਾਈ ਅਸੀਂ ਉੱਥੋਂ ਕਰਾਂਗੇ, ਸੈਂਟਰ ਚੋਂ ਕਰਾਂਗੇ। ਉਹ ਅਹੁਦੇ ਲੈ ਰਹੇ ਆ, ਉਹ ਪੋਸਟਾਂ ਮੱਲ ਰਹੇ ਨੇ, ਉਹ ਜਿਹਨੂੰ ਕਿਹਾ ਜਾ ਸਕਦਾ ਹੈਗਾ ਕਿ ਆਪਣਾ ਵਪਾਰ ਵਧਾ ਰਹੇ ਆ, ਉਹ ਸਰਕਾਰ ਦੀਆਂ ਨੀਤੀਆਂ ਦਾ ਫਾਇਦਾ ਲੈ ਰਹੇ ਆ। ਇਸ ਕਰਕੇ ਉਹ ਰਾਜਸੀ ਤੌਰ ਤੇ ਵੀ ਫਾਇਦਾ। ਅੱਛਾ, ਪਰ ਮੈਂ ਕਿਉਂਕਿ ਤੁਹਾਡੀ ਆਵਾਜ਼ ਕੱਟ ਰਹੀ, ਮੈਂ ਮਾਫੀ ਚਾਹੁੰਦਾ, ਮੇਰੇ ਖਿਆਲ ਤੁਹਾਨੂੰ ਸੁਣਦਾ ਹੋਊਗਾ ਹੁਣ। ਮੈਨੂੰ ਸਿਰਫ ਇਹ ਵੀ ਇੱਕ ਜਾਣਨਾ ਮੇਰੀ ਦਿਲਚਸਪੀ ਆ, ਕਿਉਂਕਿ ਤੁਹਾਡੀ ਨਜ਼ਰ ਜਿਹੜੀ ਆ ਉਹ ਕੁਝ ਨਾ ਕੁਝ ਲੱਭਦੀ ਰਹਿੰਦੀ ਆ, ਤੁਸੀਂ ਬਰੀਕ ਰਾਵਾਂ ਥਾਣੀ ਵੀ ਗੱਲ ਕੱਢ ਲਿਆਉਂਦੇ ਹੋ। ਮੈਨੂੰ ਜ਼ਰੂਰ ਇਹ ਦੱਸਿਓ ਕਿ ਸੁਖਬੀਰ ਸਿੰਘ ਬਾਦਲ ਦਾ ਬਤੌਰ ਪਾਰਟੀ ਪ੍ਰਧਾਨ ਇਸ ਤਰ੍ਹਾਂ ਦੇ ਅੰਦੋਲਨ ਮੌਕੇ ਹਰ ਥਾਂ ਤੇ ਛੋਟੀ ਤੋਂ ਛੋਟੀ ਜਗ੍ਹਾ ਤੇ ਵਰਕਰਸ ਨੂੰ ਮੋਬਿਲਾਈਜ਼ ਕਰਨਾ, ਉਹਨਾਂ ਨੂੰ ਮਤਲਬ ਪ੍ਰਚਾਰ ਦੇ ਵਿੱਚ ਇਸ ਹੱਦ ਤੱਕ ਕੁੱਦਣਾ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਇਸ ਪੱਧਰ ਦੀ ਇਲੈਕਸ਼ਨ ਦੇ ਵਿੱਚ ਸੁਖਬੀਰ ਬਾਦਲ ਜੇਕਰ ਪਾਰਟੀ ਪ੍ਰੋਪਰ ਕਾਰਗੁਜ਼ਾਰੀ ਨਹੀਂ ਦਿਖਾ ਪਾਉਂਦੀ ਤੇ ਉਹਨਾਂ ਦੀ ਇਮੇਜ ਜਿਹੜੀ ਅੱਗੇ ਹੀ ਹੌਲੀ ਹੌਲੀ ਖੁਰਦੀ ਰਹਿੰਦੀ ਆ, ਉਹਦੇ ਉੱਤੇ ਅਸਰ ਆਊਗਾ, ਧੱਬਾ ਲੱਗੂਗਾ? ਇਹ ਵੀ ਇੱਕ ਫੈਸਲਾ ਉਹਨਾਂ ਦਾ ਸ਼ਾਇਦ ਕਾਹਲੀ ਚ ਲਿਆ ਕਿ ਹਰ ਜਗ੍ਹਾ ਉਹ ਲੀਡ ਕਰ ਰਹੇ ਆ, ਜਾਂ ਇਹ ਤੁਹਾਨੂੰ ਲੱਗਦਾ ਕਿ ਉਹ ਲੀਡ ਕਰਕੇ ਦਿਖਾਉਣਾ ਚਾਹੁੰਦੇ ਆ ਕਿ ਵਸਟ ਹਾਲਤਾਂ ਚ ਵੀ? ਜੀ ਰੰਧਾਵਾ ਸਾਹਿਬ, ਸੌਰੀ ਬਾਕੀ ਬਹੁਤੀਆਂ ਗੱਲਾਂ ਸਮਝ ਨਹੀਂ ਆ ਰਹੀਆਂ ਜਾਂ ਇੰਟਰਨੈਟ ਦੀ ਵੱਡੀ ਪ੍ਰੋਬਲਮ ਆ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਸੀ ਕਿ ਜਿਹੜਾ ਇਸ ਵੇਲੇ ਜੇ ਕਿਸਾਨ ਆਪਦੀ ਹੋਂਦ ਦੀ ਲੜਾਈ ਲੜ ਰਹੇ ਆ ਨਾ, ਤਾਂ ਅਕਾਲੀ ਦਲ ਵੀ ਆਪਦੀ ਹੋਂਦ ਦੀ ਲੜਾਈ ਲੜ ਰਿਹਾ, ਉਹ ਆਪਦੀ ਰਾਜਸੀ ਹੋਂਦ ਦੀ ਲੜਾਈ ਲੜ ਰਿਹਾ, ਤੇ ਉਹਦੇ ਲਈ ਬੜੀ ਮੁਸੀਬਤ ਬਣੀ ਖੜੀ ਆ ਕਿ ਜੇ ਮੈਂ ਹੁਣ ਇੱਥੋਂ ਵੀ ਨਿਕਲ ਗਿਆ ਉਹਦਾ ਕੋਈ ਰਾਹ ਨਹੀਂ ਰਹਿ ਜਾਣਾ। ਬਹੁਤ ਹੀ ਮੁਸ਼ਕਲ ਸਥਿਤੀ ਦੇ ਵਿੱਚ ਲਾ ਰਹੇ, ਜਿਹਨੂੰ ਕਹਿ ਸਕਦੇ ਆ ਕਿ ਉਹਨਾਂ ਲਈ ਵੀ ਜੀਵਨ ਮਰਨ ਦੀ ਗੱਲ ਆ, ਉਹਨਾਂ ਦੀ ਰਾਜਸੀ ਮੌਤ ਹੋ ਜਾਣੀ ਹੈ ਜੇ ਇੱਥੋਂ ਨਿਕਲ ਗਏ ਤਾਂ। ਹੁਣ ਉਹਨਾਂ ਦੀ ਅਗਲੀ ਸਮੱਸਿਆ ਹੈ ਕਿ ਜੇ ਇਸ ਵੇਲੇ ਅਸੀਂ ਵਰਕਰਾਂ ਨਾਲ ਰਾਬਤਾ ਨਾ ਬਣਾ ਸਕੇ ਤਾਂ ਜਿਹੜੀਆਂ ਅੱਗੇ ਇਲੈਕਸ਼ਨ ਫਰਵਰੀ ਦੇ ਵਿੱਚ ਆ ਰਹੀਆਂ ਹੈਗੀਆਂ ਅਗਲੇ ਸਾਲ, ਉਦੋਂ ਸਾਡਾ ਕੀ ਬਣੂਗਾ? ਮੇਰਾ ਖਿਆਲ ਆ ਕਿ ਇੱਕ ਪੋਲੀਟੀਕਲ ਪਾਰਟੀ ਵਜੋਂ ਉਹਨਾਂ ਦਾ ਇਹ ਐਕਟ, ਭਾਵੇਂ ਸਾਨੂੰ ਲੱਗਦਾ ਕਿ ਰੁਤਬੇ ਤੋਂ ਬਹੁਤ ਥੱਲੇ ਉਤਰ ਕੇ ਹੇਠਲੇ ਪੱਧਰ ਦੀਆਂ ਗੱਲਾਂ ਨੇ ਜੀ, ਪਰ ਉਹਦੇ ਵਿੱਚੋਂ ਇਹ ਭਾਲ ਰਹੇ ਆ ਕਿ ਇਹਦੇ ਨਾਲ ਆਮ ਵਰਕਰ ਇਹ ਸਮਝੇ ਕਿ ਦੇਖੋ ਸਾਡਾ ਪ੍ਰਧਾਨ ਕਿੰਨਾ ਸਾਡਾ ਖਿਆਲ ਰੱਖਦਾ, ਸਾਡੀ ਖਾਤਰ ਸਾਡੇ ਮਹੱਲਿਆਂ ਦੇ ਵਿੱਚ ਫਿਰਦਾ, ਤੇ ਜ਼ਿਆਦਾ ਉਸ ਇਲਾਕੇ ਦੇ ਵਿੱਚ ਹੀ ਫਿਰ ਰਿਹਾ ਜਿੱਥੋਂ ਉਹਨੇ ਦੁਬਾਰਾ ਫਿਰ ਸੀਟ ਜਿੱਤਣ ਦੀ ਤਿਆਰੀ ਕਰਨੀ ਹੈ, ਜਲਾਲਾਬਾਦ। ਅੱਛਾ, ਇੱਕ ਬੜਾ ਹੀ ਦਿਲਚਸਪ ਨੁਕਤਾ ਜੇ ਤੁਹਾਨੂੰ ਮੇਰੀ ਆਵਾਜ਼ ਸੁਣਦੀ ਹੋਵੇ ਔਰ ਜੇ ਇਹ ਵਾਪਰਦਾ ਹੈ, ਇੱਕ ਮੋٹے ਤੌਰ ਤੇ ਰਿਪੋਰਟ ਹੋ ਰਹੀ ਹੈ ਇਹ ਖਬਰ ਕਿ ਹੋ ਸਕਦਾ ਅਕਾਲੀ ਦਲ ਬਹੁਤ ਥਾਵਾਂ ਤੇ ਵਧੀਆ ਕਾਰਗੁਜ਼ਾਰੀ ਨਾ ਦਿਖਾਵੇ। ਉਹ ਜਿਵੇਂ ਹੁਣੇ ਹੀ ਸੁਖਬੀਰ ਬਾਦਲ ਬਾਰ-ਬਾਰ ਇਹ ਕਹਿ ਰਹੇ ਨੇ ਕਿ ਜੇ ਗਵਰਨਮੈਂਟ ਨੇ ਇੰਜ ਹੀ ਕਰਨਾ ਸੀ ਤੇ ਫਿਰ ਇਲੈਕਸ਼ਨ ਨਾ ਹੀ ਕਰਾਉਂਦੇ, ਨਾਮਜ਼ਦ ਕਰ ਲੈਂਦੇ। ਦੂਜੇ ਬੰਨੇ ਇੱਕ ਐਸਾ ਹਲਕਾ ਹੈ, ਉਹ ਹੈਗਾ ਮਾਝੇ ਦਾ ਮਜੀਠਾ ਹਲਕਾ। ਸੁਣੀਦਾ ਹੈ ਕਿ ਉੱਥੋਂ ਜਿਸ ਤਰੀਕੇ ਨਾਲ ਅੱਗੇ ਵੀ ਪਹਿਲਾਂ ਜਦੋਂ ਸਭ ਜਗ੍ਹਾ ਕਿਤੇ ਇਹੋ ਜਿਹੀਆਂ ਇਲੈਕਸ਼ਨ ਹਾਰ ਵੀ ਜਾਂਦੇ ਸੀ, ਲੇਕਿਨ ਉਹ ਮਜੀਠੇ ਹਲਕੇ ਦੇ ਵਿੱਚੋਂ ਕਾਫੀ ਕੈਂਡੀਡੇਟ ਜਿੱਤ ਕੇ ਆ ਜਾਂਦੇ ਰਹੇ। ਜਦੋਂ ਅਕਾਲੀ ਦਲ ਕੱਲ ਨੂੰ ਇਹ ਇਲਜ਼ਾਮ ਲਾ ਰਿਹਾ ਕਾਂਗਰਸ ਨੇ ਇਹ ਜਿਹੜੀ ਇਲੈਕਸ਼ਨ ਧੱਕੇ ਨਾਲ ਜਿੱਤ ਲਈ, ਉਸ ਮੌਕੇ ਤੇ ਮਜੀਠੇ ਵੱਲੋਂ ਜੇ ਕਿਧਰੇ ਇਹ ਜਿੱਤ ਆ ਜਾਂਦੀ ਆ, ਫਿਰ ਇਹ ਜਿਹੜਾ ਵਿਚਾਰਧਾਰਕ ਵਖਰੇਵਾ ਹੋਊਗਾ, ਇਹਨੂੰ ਕਿੱਦਾਂ ਇਹਦੀ ਭਰਪਾਈ ਹੋਊਗੀ? ਇਹ ਬੜੇ ਨਾਜ਼ੁਕ ਮਸਲੇ ਕੀ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆਂ ਨੂੰ ਵੀ ਦੇਖਿਆ ਜਾਊਗਾ, ਇਹ ਕਿਵੇਂ ਹੋਊਗਾ ਸਾਰਾ? ਮੈਨੂੰ ਅੱਜ ਇੱਕ ਦਿਲਚਸਪ ਸਵਾਲ ਕਿਸੇ ਨੇ ਪਾਇਆ ਹੈ। ਹਾਂਜੀ ਜੀ, ਤੁਸੀਂ ਮੇਰੀ ਆਵਾਜ਼ ਸੁਣ ਪਾਏ? ਇਹ ਤਾਂ ਰੰਧਾਵਾ, ਹਾਂਜੀ, ਉਹਦੇ ਵਿੱਚ ਤਾਂ ਇਹ ਵੀ ਸਮੱਸਿਆ ਰੰਧਾਵਾ ਸਾਹਿਬ ਕਿ ਜੇ ਇਹਨਾਂ ਚੋਣਾਂ ਦੇ ਵਿੱਚ ਵਧੀਆ ਕਾਰਗੁਜ਼ਾਰੀ ਮਜੀਠੀਆ ਸਾਹਿਬ ਦਿਖਾ ਜਾਂਦੇ ਆ ਤਾਂ ਕੀ ਉਹਦਾ ਅਰਥ ਇਹ ਤਾਂ ਨਹੀਂ ਹੋਊਗਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਵੀ ਫਿਰ ਮਜੀਠੀਆ ਸਾਹਿਬ ਕੋਲੇ ਜਾ ਰਹੀ ਹੈ? ਬਿਲਕੁਲ, ਸਮੱਸਿਆਵਾਂ ਪਾਰਟੀ ਦੇ ਅੰਦਰ ਵੀ ਬਹੁਤ ਨੇ। ਬਿਲਕੁਲ, ਤੁਸੀਂ ਬਿਲਕੁਲ ਠੀਕ ਇਹ ਗੱਲ ਫੜੀ ਹੈ। ਦੂਸਰੇ ਪਾਸੇ ਕਿ ਇਹ ਗੱਲ ਚੱਲ ਰਹੀ ਹੈਗੀ ਆ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਮੈਚਿੰਗ ਦੀ ਸਥਿਤੀ ਦੇ ਵਿੱਚ ਵੀ ਚੱਲ ਰਹੀ ਹੈ। ਅੰਦਰ ਖਾਤੇ ਇਸ ਕਿਸਮ ਦੀਆਂ ਖਬਰਾਂ ਵੀ ਆ ਕਿ ਉਹ ਇਹ ਸਮਝ ਰਹੇ ਆ ਕਿ ਅਸੀਂ ਇੱਕ ਦੂਸਰੇ ਤੋਂ ਟੁੱਟ ਕੇ ਬਹੁਤ ਇੱਕ ਦੂਸਰੇ ਦਾ ਨੁਕਸਾਨ ਕਰ ਲਿਆ,
ਤਾਂ ਸਾਨੂੰ ਇਸ ਨੁਕਸਾਨ ਦੀ ਭਰਪਾਈ ਲਈ ਇਕੱਠੇ ਹੋ ਜਾਣਾ ਚਾਹੀਦਾ ਹੈ। ਤਾਂ ਹੋ ਸਕਦਾ ਹੈਗਾ ਕਿ ਇਹਨਾਂ ਚੋਣਾਂ ਤੋਂ ਬਾਅਦ ਉਹ ਫਿਰ ਕੋਈ ਨਵੀਂ ਮੂਵ ਚਲਾਉਣ ਇਕੱਠੇ ਹੋਣ ਦੀ। ਹਾਲਤ ਪੰਜਾਬ ਦੀ ਇੰਨੀ ਤਰਲ ਤੇ ਇੰਨੀ ਗੁੰਝਲਦਾਰ ਬਣੀ ਹੋਈ ਆ ਕਿ ਉਸ ਬਾਰੇ ਕੋਈ ਵੀ ਜਿਹੜੀ ਟਿੱਪਣੀ ਕਰਨੀ ਆ ਉਹ ਸਖਾਲੀ ਨਹੀਂ ਆ। ਕੁਝ ਮੇਰੇ ਇਸ ਕਿਸਮ ਦੇ ਪ੍ਰਭਾਵ ਬਣ ਰਹੇ ਆ ਇਹਨਾਂ ਚੋਣਾਂ ਦੌਰਾਨ। ਮੈਨੂੰ ਆਖਰੀ ਇਹਦੇ ਨਾਲ ਜੁੜਦਾ ਇੱਕ ਆਖਰੀ ਸਵਾਲ, ਤੁਸੀਂ ਬੜੀ ਪਿਆਰੀ ਗੱਲ ਕਹੀ ਹੈ, ਇਹਦੇ ਨਾਲ ਜੁੜਦਾ ਇਸ ਪੋਲਿਟਿਕਸ ਨਾਲ, ਕਿ ਪਾਰਲੀਮੈਂਟ ਦੇ ਅੰਦਰ ਦਾ ਦ੍ਰਿਸ਼ ਸੀਗਾ ਔਰ ਮਨਾਕਸ਼ੀ ਲੇਖੀ ਜਿਹੜੀ ਉਹਨਾਂ ਦੀ ਪਹਿਲਾਂ ਸਪੋਕਸਪਰਸਨ ਵੀ ਸੀਗੇ ਔਰ ਅੱਜ ਕੱਲ ਮੈਂਬਰ ਪਾਰਲੀਮੈਂਟ ਹੈ, ਸੋਹਣੀ ਅੰਗਰੇਜ਼ੀ ਚ ਬੋਲਦੇ ਆ, ਤੇ ਉਹਨਾਂ ਦਾ ਸੀਗਾ ਕਿ ਦੁਸ਼ਮਣੀ करो तो जमकर करो मगर ख्याल इतना रहे कि जब कभी फिर से दोस्त बन जाए तो शर्मिंदा ना हो। ये एक उन्होंने शेर नाल हरसिमरत बादल नूं संबोधित कीता सी। सो दूजे बन्ने हरसिमरत कौर बादल ने पार्लीमेंट दे विच जिस तरीके नाल बीजेपी नूं लिया, प्रधानमंत्री ते हल्ला बोलिया, जिस तरीके नाल जिहड़े वजीर सी उन्हां वल इशारा करके कहा कि तुसीं जो कीता, उस तो बाद तुहानूं लगदा कि आसान होगा एक बारी फिर इन्हां दा आपस विच इकट्ठियां होना, ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰ ਇੱਕ ਵਾਰੀ ਘਰੋਂ ਨਿਕਲ ਕੇ ਜਾ ਕੇ ਉੱਥੇ ਬੈਠਣਗੇ ਤੇ ਗੱਲ ਖਤਮ ਹੋ ਜੂ? ਛੱਡੋ ਪਰੇ। ਦੋ ਗੱਲਾਂ ਰੰਧਾਵਾ ਸਾਹਿਬ ਵਿੱਚ ਬੜੀਆਂ ਮਹੱਤਵਪੂਰਨ ਆ। ਮੈਂ ਮਤਲਬ ਕਿ ਬਾਜਵਾ ਸਾਹਿਬ ਦੀ ਸਪੀਚ ਵੀ ਸੁਣੀ, ਭਗਵੰਤ ਮਾਨ ਦੀ ਸਪੀਚ ਵੀ ਸੁਣੀ, ਤੇ ਸੰਜੇ ਸਿੰਘ ਦੀ ਸਪੀਚ ਵੀ ਸੁਣੀ, ਤੇ ਹਰਸਿਮਰਤ ਦੀ ਸਪੀਚ ਵੀ ਸੁਣੀ। ਠੀਕ ਆ, ਪੋਲੀਟੀਕਲੀ ਉਹਦੇ ਨਾਲ ਕਿਸੇ ਨੂੰ ਸਹਿਮਤੀ ਹੋਵੇ ਨਾ ਹੋਵੇ, ਉਹਦੇ ਪਾਰਟੀ ਨਾਲ ਉਹਦੀਆਂ ਵਿਚਾਰਾਂ ਨਾਲ ਉਸ ਦਿਨ ਉਹ ਥੋੜਾ ਜਿਹਾ ਹਾਈ ਪਿਚ ਤੇ ਜਾ ਕੇ ਬੋਲੀ ਤੇ ਉਹਦੀ ਆਵਾਜ਼ ਵੀ ਫਟਦੀ ਪਈ ਸੀ। ਪਰ ਜਿੰਨੇ ਉਹਨੇ ਉਦਣ ਲੌਜਿਕ ਦਿੱਤੇ ਤੇ ਜਿੰਨਾ ਜ਼ੋਰਦਾਰ ਹਮਲਾ ਬੋਲਿਆ ਸੀ, ਮੇਰਾ ਖਿਆਲ ਆ ਕਿ ਉਹਨੇ ਆਪਣੀ ਸਾਰੀ ਸ਼ਕਤੀ ਲਾ ਦਿੱਤੀ ਸੀ। ਹੁਣ ਇਹ ਕਹੋਗੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਕਿ ਅੰਦਰ ਖਾਤੇ ਪੈਚਅਪ ਦੀਆਂ ਗੱਲਾਂ ਚੱਲ ਰਹੀਆਂ, ਦੂਸਰੇ ਪਾਸੇ ਇੰਨੀ ਸ਼ਕਤੀ ਲਾ ਰਹੇ ਆ। ਵੈਸੇ ਜਿਹੜੀਆਂ ਵੱਡੀਆਂ ਲੜਾਈਆਂ ਉਹਨਾਂ ਦੇ ਵਿੱਚ ਸਮਝੌਤੇ ਤੋਂ ਪਹਿਲਾਂ ਆਖਰੀ ਹੱਲਾ ਦੋਵੇਂ ਧਿਰਾਂ ਹੀ ਮਾਰਦੀਆਂ ਹੁੰਦੀਆਂ ਕਿ ਵੱਧ ਤੋਂ ਵੱਧ ਥਾਂ ਮੱਲ ਲਈ ਜਾਵੇ ਤਾਂ ਕਿ ਸਮਝੌਤਾ ਗ੍ਰੇਸਫੁਲ ਹੋ ਸਕੇ। ਮੈਨੂੰ ਇਹ ਲੱਗਿਆ ਕਿ ਸਾਰੀ ਦੀ ਸਾਰੀ ਜਿਹੜੀ ਸਪੀਚ ਆ ਉਹ ਇਸ ਗੱਲ ਵੱਲ ਕੇਂਦਰਿਤ ਸੀ ਕਿ ਅਸੀਂ ਤਾਂ ਤੁਹਾਡੀਆਂ ਐ ਧੱਜੀਆਂ ਉਡਾ ਸਕਦੇ ਹਾਂ, ਤਾਂ ਤੁਹਾਡੇ ਬਾਰੇ ਪੰਜਾਬ ਦੇ ਵਿੱਚ ਇੰਨਾ ਐ ਪ੍ਰਚਾਰ ਕਰ ਸਕਦੇ ਹਾਂ, ਤੇ ਅਸੀਂ ਤਾਂ ਹੁਣ ਤੱਕ ਤੁਹਾਨੂੰ, ਉਹ ਇਹਨੇ ਇੱਕ ਮਿਹਣਾ ਵੀ ਮਾਰਿਆ ਸੀ ਕਿ ਅਸੀਂ ਤਾਂ ਤੁਹਾਨੂੰ ਉਦੋਂ ਬਚਾਇਆ ਸੀਗਾ ਕਿ ਜਦੋਂ ਤੁਹਾਡੇ ਨਾਲ ਕੋਈ ਨਹੀਂ ਖੜਦਾ ਸੀ, ਤੁਸੀਂ ਸਾਡਾ ਕੀ ਮੁੱਲ ਪਾਇਆ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਮੁੱਲ ਹੀ ਪਵਾਉਣ ਦੇ ਚੱਕਰ ਦੇ ਵਿੱਚ ਸਭ ਤੋਂ ਵੱਧ ਤਿੱਖਾ ਬੋਲੇ। ਅੱਛਾ, ਪਰ ਇਹ ਚਲੋ ਹੁਣ ਗੱਲ ਤੋਰੀ ਹੈ ਤੇ ਤੁਰਦੇ ਹੀ ਅੱਗੇ ਥੋੜਾ ਜਿਹਾ। ਇੱਕ ਇਹ ਵੀ ਬੜਾ ਵੱਡਾ ਸਵਾਲ ਹੈ, ਕਹਿੰਦੇ ਕਿ ਜਿਸ ਭਾਸ਼ਾ ਦੇ ਵਿੱਚ ਤੁਹਾਡੇ ਤੇ ਹਮਲਾ ਹੋ ਰਿਹਾ ਹੋਵੇ ਉਸੇ ਭਾਸ਼ਾ 'ਚ ਜਵਾਬ ਦੇਣਾ ਬਣਦਾ। ਬੀਜੇਪੀ ਜਿਸ ਹੱਦ ਤੱਕ ਦੂਜਿਆਂ ਨੂੰ, ਬੀਜੇਪੀ ਦੇ ਲੀਡਰ ਟ੍ਰੋਲ ਕਰ ਰਹੇ ਸੀ ਜਾਂ ਮਜ਼ਾਹੀਆ ਲਹਿਜੇ ਦੇ ਵਿੱਚ ਦੂਜਿਆਂ ਦੀ ਸਪੀਚ ਵੇਲੇ ਕਰਦੇ ਆ, ਜਿਸ ਤਰੀਕੇ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਹਮਲਾ ਬੋਲਿਆ, ਤਿੱਖਾ ਹਮਲਾ ਬੋਲਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਹਵਾਲਾ ਦਿੱਤਾ, ਔਰ ਜਿਸ ਤਰੀਕੇ ਨਾਲ ਤੁਹਾਨੂੰ ਇਹ ਵੀ ਕਿਤੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੱਲ ਨੂੰ ਅਕਾਲੀ ਦਲ ਦੀ ਜਾਂ ਬਾਦਲ ਪਰਿਵਾਰ ਦੀ ਜਿਹੜੀ ਡੋਮੀਨੇਸ਼ਨ ਦੀ ਲੜਾਈ ਹੈ, ਡੋਮੀਨੇਟ ਕਰਨ ਦੀ, ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਮੈਨੂੰ ਲੱਗਦਾ ਕੁਝ ਜ਼ਿਆਦਾ ਨੰਬਰ ਲੈ ਕੇ ਅੱਗੇ ਵਧੇ? ਦੇਖੋ ਰੰਧਾਵਾ ਸਾਹਿਬ, ਇਹਨਾਂ ਬੜੀਆਂ ਗੁੰਝਲਦਾਰ ਦੀਆਂ ਗੱਲਾਂ ਹੁੰਦੀਆਂ ਕਿ ਇੱਕ ਲੜਾਈ ਕੋਈ ਵੀ ਪਾਰਟੀ ਦੂਜੀਆਂ ਪਾਰਟੀਆਂ ਨਾਲ ਲੜ ਰਹੀ ਹੁੰਦੀ ਹੈ। ਇਹ ਪਾਰਟੀ ਆ ਜਿਹੜੀ ਲੜਾਈ ਉਹ ਆਪਣੇ ਹੀ ਵੱਖਰੇ ਜਿਹੜੇ ਵਿੱਚ ਪਾਰਟੀ ਦੇ ਵਿੱਚ ਗਰੁੱਪ ਹੁੰਦੇ ਆ, ਗਰੁੱਪਾਂ ਨਾਲ ਲੜ ਰਹੀ ਹੁੰਦੀ ਹੈ। ਇੱਥੇ ਤਾਂ ਹਾਲਤ ਇਹ ਹੈਗੀ ਆ ਕਿ ਇੱਕ ਪਰਿਵਾਰ ਦੇ ਵਿੱਚ ਵੀ ਡੋਮੀਨੈਂਸ ਤੇ ਸੁਪਰਾਮੇਸੀ ਦੀਆਂ ਗੱਲਾਂ ਚੱਲਦੀਆਂ। ਬਾਦਲ ਸਾਹਿਬ ਭਾਵੇਂ ਆਪਦੇ ਟਿਚਰੀ ਅੰਦਾਜ਼ ਵਿੱਚ, ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਭਾਵੇਂ ਟਿਚਰੀ ਅੰਦਾਜ਼ ਦੇ ਵਿੱਚ ਹੀ ਕਈ ਵਾਰ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਂ ਤਾਂ ਕਈ ਗੱਲਾਂ ਦੇ ਵਿੱਚ ਕੀ ਦੱਸਾਂ ਤੁਹਾਨੂੰ, ਤੇ ਕੀ ਦੱਸਾਂ ਸੁਣ ਕਹਿ ਕੇ ਜਿਹੜੀਆਂ ਸਟੋਰੀਆਂ ਸੁਣਾਉਂਦੇ ਸੀ ਉਹਦਾ ਅਰਥ ਇਹ ਹੁੰਦਾ ਸੀਗਾ ਕਿ ਭਾਈ ਜਿਵੇਂ ਤੁਸੀਂ ਔਖਿਆਂ ਨੂੰ ਹੱਥੋਂ ਮੈਂ ਵੀ ਉਵੇਂ ਔਖਾ। ਇਹ ਭਾਵੇਂ ਉਹ ਟਿਚਰੀ ਅੰਦਾਜ਼ ਚ ਕਹਿੰਦੇ ਸੀ, ਪਰ ਕਿਤੇ ਨਾ ਕਿਤੇ ਉਹ ਗੱਲ ਸੱਚੀ ਹੁੰਦੀ ਸੀਗੀ। ਆਪਾਂ ਜਾਣਦੇ ਹਾਂ ਕਿ ਪਤੀ ਪਤਨੀ ਦੇ ਦਰਮਿਆਨ ਵੀ ਜਦੋਂ ਇੱਕੋ ਫੀਲਡ ਦੇ ਵਿੱਚ ਹੋਣ ਜੈਲਸੀ ਹੋ ਜਾਂਦੀ ਹੁੰਦੀ ਹੈ, ਉੱਥੇ ਵੀ ਝਗੜੇ ਹੋ ਜਾਂਦੇ ਹੁੰਦੇ ਆ ਜੀ। ਤੇ ਇਹ ਵੀ ਆਪਾਂ ਵੇਖਿਆ ਕਿ ਰਾਜਾ ਮਹਾਰਾਜਾ ਦੇ ਜਿਹੜੇ ਹਰਮਾਂ ਦੇ ਵਿੱਚ ਜਾਂ ਰਾਜਾ ਮਹਾਰਾਜਾ ਦੇ ਜਿਹੜੀਆਂ ਸਟੋਰੀਆਂ ਜੋ ਅਸੀਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਕਿ ਬ੍ਰਦਰ ਇਨ ਲਾ, ਸਾਲਾ ਸ਼ਬਦ ਕਈ ਵਾਰੀ ਪੰਜਾਬੀ ਚ ਹੋਰੋਂ ਲੱਗਦਾ, ਬ੍ਰਦਰ ਇਨ ਲਾ ਦੇ ਵੀ ਬੜੇ ਮਹੱਤਵਪੂਰਨ ਰੋਲ ਹੁੰਦੇ ਆ। ਤੇ ਮੈਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜਾ ਸਾਰਾ ਕੁਝ ਹੈ ਨਾ, ਇਹਦੇ ਵਿੱਚ ਕਈ ਪੱਧਰ ਦੀਆਂ ਲੜਾਈਆਂ ਸ਼ਾਮਲ ਨੇ। ਜੀ ਜੀ,
ਪਰ ਮੈਂ ਜੇ ਤੁਹਾਨੂੰ ਹੁਣ ਇਸ ਮਾਮਲੇ 'ਚ ਇਹ ਪੁੱਛ ਲਵਾਂ ਕਿ ਜਿੰਨੇ ਵੀ ਲੋਕ ਪਾਰਲੀਮੈਂਟ 'ਚ ਬੋਲੇ ਆ, ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਸ਼ਾਇਦ ਬਹੁਤ ਜੇ ਉਹਨਾਂ ਦੀ ਤਰਤੀਬ ਦੇਖੀਏ ਤੇ ਉਹ ਸ਼ਾਇਦ ਜ਼ਿਆਦਾ ਸਟ੍ਰੀਕ ਸੀ, ਲੇਕਿਨ ਜੇ ਕੁੱਲ ਮਿਲਾ ਕੇ ਪੰਜਾਬ ਦੇ ਨਜ਼ਰੀਓਂ ਜਿਵੇਂ ਗੁਰਜੀਤ ਔਜਲਾ ਵੀ ਬੋਲੇ, ਰਵਨੀਤ ਬਿੱਟੂ ਵੀ ਬੋਲਿਆ, ਔਰ ਸਾਰੇ, ਤੁਹਾਨੂੰ ਇਹਨੂੰ ਜੇ ਤਰਤੀਬ ਦੇਣੀ ਹੋਵੇ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪਾਰਲੀਮਾਨੀ ਮਿਆਰ ਹੁੰਦੇ ਆ ਉਹਨਾਂ ਦੇ ਉੱਤੇ ਸੀਕੁਐਂਸ ਵਿੱਚ ਕਿਹਨੂੰ ਕਿੱਥੇ ਕਿੱਥੇ ਰੱਖਿਆ ਤੁਸੀਂ? ਦੇਖੋ, ਮੈਨੂੰ ਇਸ ਤਰ੍ਹਾਂ ਲੱਗਿਆ ਕਿ ਸਭ ਤੋਂ ਪਹਿਲਾਂ ਜਦੋਂ ਮੁੱਦੇ ਉੱਠਦੇ ਸੀਗੇ, ਸਭ ਤੋਂ ਪਹਿਲਾਂ ਬੋਲਣ ਵਾਲਿਆਂ ਵਿੱਚ ਤਾਂ ਭਗਵੰਤ ਮਾਨ ਬਹੁਤ ਵਧੀਆ ਬੋਲਦਾ ਸੀ, ਪਰ ਆ ਜਿਹੜੀ ਹੁਣ ਉਹਦੀ ਲਾਸਟ ਵਾਲੀ ਸਪੀਚ ਹੈ ਬਹੁਤੀ ਵਧੀਆ ਨਹੀਂ ਰਹੀ। ਦੂਸਰੇ ਪਾਸੇ ਇਹ ਕਿ ਪਹਿਲਾਂ ਚੁੱਪ ਹੀ ਰਹੀ ਤੇ ਬਹੁਤ ਹੀ ਲੋ ਟੋਨ ਦੇ ਵਿੱਚ ਬੋਲਦੀ ਸੀ, ਪਰ ਹਰਸਿਮਰਤ ਦੀ ਮਾਕੇ ਜਿਹਨੂੰ ਕਹਿ ਸਕਦੇ ਆ ਕਿ ਆਵਾਜ਼ ਬਹੁਤ ਵਧੀਆ ਢੰਗ ਨਾਲ ਉਹਨੇ ਗੱਲ ਨੂੰ ਪੁੱਟ ਕੀਤਾ। ਮੈਂ ਕਹਿੰਦਾ ਕਿ ਸੰਜੇ ਸਿੰਘ ਦਾ ਬਾਰੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ ਨੇ, ਪਰ ਸੰਜੇ ਸਿੰਘ ਵੀ ਮਾਕੇ ਇਸ ਮਸਲੇ ਦੇ ਉੱਤੇ ਵਧੀਆ ਬੋਲਿਆ ਸੀਗਾ। ਜਿੱਥੇ ਤੱਕ ਬਾਜਵਾ ਸਾਹਿਬ ਦੀ ਗੱਲ ਆ ਕਿ ਬਾਜਵਾ ਸਾਹਿਬ ਪੁਰਾਣੇ ਪਾਰਲੀਮੈਂਟੇਰੀਅਨ ਨੇ, ਠੀਕ ਨੇ, ਉਹਨਾਂ ਦਾ ਸਪੀਚ ਸੀ, ਪਰ ਜਿੱਡਾ ਵੱਡਾ ਉਹਨਾਂ ਦੇ ਪਿੱਛੇ ਪਾਰਟੀ ਦੀ ਤਾਕਤ ਆ, ਜਿੱਡਾ ਵੱਡਾ ਉਹਨਾਂ ਨੂੰ ਇਸ ਵੇਲੇ ਲੀਡ ਲੈਣੀ ਚਾਹੀਦੀ ਸੀ, ਉਸ ਮਾਮਲੇ 'ਚ ਮੈਨੂੰ ਲੱਗਦਾ ਨਹੀਂ। ਮੇਰਾ ਖਿਆਲ ਹੈ ਕਿ ਜੇ ਸਭ ਤੋਂ ਵੱਧ ਗਵਾਇਆ ਤਾਂ ਬਿੱਟੂ ਨੇ ਗਵਾਇਆ, ਕਿ ਰਵਨੀਤ ਬਿੱਟੂ ਉਸ ਕੋਸ਼ਿਸ਼ ਦੇ ਵਿੱਚ ਸੀ ਕਿ ਮੈਂ ਸਭ ਤੋਂ ਵੱਧ ਲੀਡ ਲਵਾਂ, ਪਰ ਉਸ ਦੀ ਗੱਲ ਦੇ ਵਿੱਚ ਉਸ ਕਿਸਮ ਦਾ ਲੌਜਿਕ, ਉਸ ਕਿਸਮ ਦਾ ਠਰਮਾ ਤੇ ਉਸ ਕਿਸਮ ਦਾ ਵੜੱਪਨ ਨਹੀਂ ਦਿਖਾਈ ਦਿੱਤਾ ਜੀ। ਲੇਕਿਨ ਮੈਨੂੰ ਪ੍ਰੋਫੈਸਰ ਬਰਾੜ ਸਾਹਿਬ ਇਹ ਵੀ ਜ਼ਰੂਰ ਦੱਸਿਓ ਕਿ ਕੀ ਜਦੋਂ ਤੁਸੀਂ ਇੱਕ ਦੂਜੇ ਨਾਲੋਂ ਅੱਗੇ ਲੰਘਣ ਦੀ ਪ੍ਰਵਿਰਤੀ ਦੇ ਵਿੱਚ, ਉਸ ਤਰ੍ਹਾਂ ਦੀ ਦੌੜ ਦੇ ਵਿੱਚ ਤੁਸੀਂ ਪਏ ਹੁੰਨੇ ਹੋ, ਔਰ ਜਿੰਨੀਆਂ ਭਾਵੁਕ ਔਰ ਜਿੰਨੀਆਂ ਅਗਰੈਸਿਵ ਸਪੀਚਸ ਹੋਈਆਂ, ਇਹਦਾ ਕਿਧਰੇ ਸੱਤਾਧਾਰੀਆਂ ਤੇ ਅਸਰ ਵੀ ਹੁੰਦਾ? ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਇਹਨਾਂ ਦੀ ਕੋਈ ਅਹਿਮੀਅਤ ਹੁੰਦੀ ਹੈ? ਆਮ ਲੋਕਾਂ ਨੂੰ ਤੁਸੀਂ ਪੰਜਾਬੀ 'ਚ ਬੋਲ ਕੇ ਆਪਣੇ ਪੰਜਾਬ ਜਾਂ ਪੰਜਾਬੀਆਂ ਨੂੰ ਹੀ ਐਡਰੈਸ ਕਰ ਰਹੇ ਹੁੰਨੇ ਹੋ, ਇਹਦਾ ਓਵਰਆਲ ਜਿਹੜਾ ਮੰਚ ਹੈ, ਉਸ ਮੰਚ ਤੇ ਕੀ ਫਾਇਦਾ ਹੁੰਦਾ? ਮੈਨੂੰ ਜਾਂ ਤੁਹਾਨੂੰ ਅਸਰ ਹੋਇਆ ਇਹਨੂੰ ਪਾਸੇ ਰੱਖ ਲਈਏ, ਆਮ ਜਨ ਸਧਾਰਨ ਤੇ ਕੀ ਪਿਆ ਪਾਸੇ ਰੱਖ ਲਈਏ, ਉਸ ਮੰਚ ਦੇ ਉੱਤੇ ਪੰਜਾਬ ਦੇ ਕੇਸ ਨੂੰ ਕੋਈ ਬੈਨੀਫਿਟ ਮਿਲਦਾ? ਦੇਖੋ, ਉਹ ਡੈਮੋਕ੍ਰੇਸੀ ਸ਼ਕਰੂਪ ਹੈਗਾ ਕਿ ਸੱਚਮੁੱਚ ਉਸ ਦੇਸ਼ ਦੇ ਮਸਲੇ ਵਿਚਾਰੇ ਜਾਂਦੇ ਹੋ ਬਹੁਤ ਪਿੱਛੇ। ਕੋਈ ਆਦਰਸ਼ਕ ਡੈਮੋਕ੍ਰੇਸੀ ਨਹੀਂ ਕਿ ਵਿਰੋਧੀ ਦੇ ਵਿਚਾਰਾਂ ਨੂੰ ਵੀ ਉੱਥੇ ਸੁਣ ਕੇ ਉਹਦੇ ਅਨੁਸਾਰ ਕੁਝ ਬਿੱਲਾਂ ਦੇ ਵਿੱਚ ਸੋਧ ਕੀਤੀ ਜਾਵੇ। ਹੁਣ ਤੇ ਉੱਥੇ ਤਾਂ ਮੈਜੋਰਟੀ ਨੇ ਫੈਸਲਾ ਕਰਨਾ ਹੈ, ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੀ ਤੁਸੀਂ ਸਾਰੇ ਦੇਸ਼ ਨੂੰ, ਅੱਜ ਕੱਲ ਜਦੋਂ ਲਾਈਵ ਪ੍ਰਸਾਰਣ ਹੁੰਦਾ, ਕਿ ਸਾਰੇ ਦੇਸ਼ ਨੂੰ ਤੁਸੀਂ ਆਪਣਾ ਵਿਊ ਪੁਆਇੰਟ ਸਮਝਾ ਸਕਿਆ ਕਿ ਨਹੀਂ? ਜੀ ਇੱਕ ਗੱਲ। ਦੂਸਰਾ, ਆਪਣੀ ਕੰਸਟੀਚੁਐਂਸੀ, ਕਿ ਤੁਸੀਂ ਆਪਣੇ ਲੋਕਾਂ ਨੂੰ, ਜਿਹਨਾਂ ਦੀ ਤੁਸੀਂ ਪ੍ਰਤੀਨਿਧਤਾ ਕਰ ਰਹੇ ਆ, ਉਹਨਾਂ ਨੂੰ ਦੱਸ ਰਹੇ ਆ ਕਿ ਮੈਂ ਠੀਕ ਕਰ ਰਿਹਾ ਕਿ ਨਹੀਂ। ਇੱਕ ਤਾਂ ਇਹ ਮਹੱਤਵ ਹੁੰਦਾ। ਦੂਜਾ ਜਿਹੜਾ ਮਹੱਤਵ ਹੈਗਾ ਕਿ ਜਿੰਨੀ ਦੇਰ ਸਪੀਕਰ ਇਹ ਅਨਾਉਂਸ ਨਹੀਂ ਕਰਦਾ ਕਿ ਇਹ ਟਿੱਪਣੀਆਂ ਜਿਹੜੀਆਂ ਰਿਕਾਰਡ 'ਚ ਨਹੀਂ ਆਉਣਗੀਆਂ, ਹਰ ਚੀਜ਼ ਰਿਕਾਰਡ 'ਚ ਪਈ ਰਹਿੰਦੀ ਹੈ। ਉਹ ਜਿਹੜੀ ਰਿਕਾਰਡ 'ਚ ਪਈ ਰਹਿੰਦੀ ਚੀਜ਼ ਹੈਗੀ ਆ, ਉਹ ਸਿਆਸੀ ਤੌਰ ਤੇ ਕਿਸੇ ਵਿਅਕਤੀ ਦਾ ਜਾਂ ਕਿਸੇ ਪਾਰਟੀ ਦਾ ਜਿਹੜਾ ਇਤਿਹਾਸ ਸਮਝਣ ਦੇ ਲਈ ਖੁਜਾਰਥੀਆਂ ਦੇ ਵੀ ਕੰਮ ਆਉਂਦੀ ਹੈ, ਰਿਸਰਚਰਾਂ ਦੇ ਵੀ ਕੰਮ ਆਉਂਦੀ ਆ, ਤੇ ਉਹ ਗਾਹੇ ਬਗਾਹੇ ਇੱਕ ਦੂਸਰੇ ਵਿਰੋਧੀ ਨੂੰ ਨੰਗਾ ਕਰਨ ਦੇ ਕੰਮ ਵੀ ਆਉਂਦੀ ਹੈ ਕਿ ਤੁਸੀਂ ਉਸ ਵੇਲੇ ਉਹ ਬੋਲੇ ਸੀ। ਜਿਵੇਂ ਹੁਣ ਪੁਰਾਣੀਆਂ ਸਪੀਚਸ ਆ ਰਹੀਆਂ ਹੈਗੀਆਂ ਕਿ ਜਿਸ ਸਮੇਂ GST ਦੇ ਵਿਰੁੱਧ ਬੋਲਦੇ ਸੀ, ਜਿਸ ਸਮੇਂ ਕਿ ਆੜਤੀਆ ਸਿਸਟਮ ਖਤਮ ਕਰਨ ਦੇ ਵਿਰੁੱਧ ਸੁਸ਼ਮਾ ਬੋਲਦੀ ਸੀ। ਅੱਜ ਤਾਂ ਵਿਚਾਰੀ ਇਸ ਦੁਨੀਆ ਦੇ ਵਿੱਚ ਨਹੀਂ ਆ, ਪਰ ਉਸ ਦੀਆਂ ਜਿਹੜੀਆਂ ਪੁਰਾਣੀਆਂ ਸਪੀਚਸ ਉਹ ਰਿਕਾਰਡ 'ਚ ਪਈਆਂ, ਆਪਣੀ ਹੀ ਪਾਰਟੀ ਦੇ ਖਿਲਾਫ ਭੁਗਤ ਰਹੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਬੋਲਣਾ ਤਾਂ ਬਹੁਤ ਜ਼ਰੂਰੀ ਆ। ਰਹੀ ਗੱਲ ਭਾਸ਼ਾ ਦੀ, ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੁਸੀਂ ਦੇਸ਼ ਨੂੰ ਐਡਰੈਸ ਕਰ ਰਹੇ ਹੈਗੇ ਆ, ਤੇ ਜੇ ਤੁਸੀਂ ਅੰਗਰੇਜ਼ੀ ਜਾਂ ਹਿੰਦੀ ਵੀ ਬੋਲ ਲੈਂਦੇ ਆ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਰ ਜੇ ਤੁਸੀਂ ਅੰਗਰੇਜ਼ੀ ਜਾਂ ਹਿੰਦੀ ਠੀਕ ਨਹੀਂ ਬੋਲ ਸਕਦੇ, ਫਿਰ ਜਿਹਨੂੰ ਕਹਿੰਦੇ ਆ ਕਿ ਜਲੂਸ ਕਢਾਉਣ ਦੀ ਥਾਂ ਜਾਂ ਭੈੜਾ ਲੱਗਣ ਦੀ ਥਾਂ ਜਾਂ ਅੱਧ ਪਚਦਾ ਹਾਸਾ ਉਪਜਾਉਣ ਦੀ ਥਾਂ ਆਪਣੀ ਮਾਤ ਭਾਸ਼ਾ ਵਿੱਚ ਬੋਲਣਾ ਜ਼ਿਆਦਾ ਠੀਕ ਰਹਿੰਦਾ। ਆਖਰੀ ਸਵਾਲ ਪ੍ਰੋਫੈਸਰ ਸਾਹਿਬ, ਇਹ ਦੱਸਿਓ ਕਿ ਹੁਣ ਅੱਜ ਦੇ ਦਿਨ ਦੇ ਵਿੱਚ ਜਿੱਥੇ ਕਿਸਾਨ ਅੰਦੋਲਨ ਖੜਾ ਹੈ, ਇੱਥੋਂ ਅਗਲੀਆਂ ਦਿਸ਼ਾਵਾਂ ਕੀ ਨੇ ਲੀਡਰਸ਼ਿਪ ਦੇ ਨਜ਼ਰੀਓਂ, ਅੰਦੋਲਨ ਦੀ ਵਿਸਥਾਰਤਾ ਤੇ ਲਗਾਤਾਰਤਾ ਨੂੰ ਲੈ ਕੇ, ਤੇ ਗਵਰਨਮੈਂਟ ਕਿਵੇਂ, ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਵੀ ਮੈਨੂੰ ਲੱਗਦਾ ਕਿ ਇਹ ਜਦੋਂ ਨਿਕਲ ਜਾਊਗਾ ਤੇ ਸਰਕਾਰ ਤੇ ਪ੍ਰੈਸ਼ਰ ਕੁਝ ਘਟਣਗੇ। ਜੇ ਯੂਪੀ ਔਰ ਹਰਿਆਣੇ ਦੇ ਵਿੱਚ ਬਹੁਤ ਪ੍ਰੈਸ਼ਰ ਨਹੀਂ ਵੱਧਦਾ
ਤੇ ਪੰਜਾਬ ਨੂੰ ਸ਼ਾਇਦ ਉਹ ਨਜ਼ਰਅੰਦਾਜ਼ ਕਰਨ ਦੀ ਸਥਿਤੀ 'ਚ ਹੋਣਗੇ। ਤੁਹਾਡੇ ਨਜ਼ਰੀਓਂ ਅਗਲਾ ਦ੍ਰਿਸ਼ ਕਿਹੋ ਜਿਹਾ ਬਣਦਾ? ਦੇਖੋ ਰੰਧਾਵਾ ਸਾਹਿਬ, ਇੱਕ ਗੱਲ ਤੇ ਬੜੀ ਕਲੀਅਰ ਹੈਗੀ ਆ ਕਿ ਕਿਹਾ ਜਾਂਦਾ ਹੈਗਾ ਕਿ ਜੇ ਸਿਆਸਤ ਵਿੱਚ ਸਭ ਕੁਝ ਹੀ ਪੂਰੇ ਤਾਂ ਫਿਰ ਸਿਆਸਤ ਕਰਨ ਦਾ ਕੋਈ ਫਾਇਦਾ ਹੀ ਨਹੀਂ। ਜੇ ਕਿਸੇ ਬੰਦੇ ਨੂੰ ਪਹਿਲਾਂ ਹੀ ਪਤਾ ਲੱਗ ਜਾਏ ਕਿ ਮੈਂ ਹਾਰ ਜਾਣਾ ਤੇ ਫਿਰ ਬੰਦਾ ਚੋਣ ਹੀ ਨਾ ਲੜੇ। ਸਿਆਸਤ ਵਿੱਚ ਸਭ ਤੋਂ ਜਿਹੜੀ ਇਹਦੀ ਕਹਿ ਲਓ ਕਿ ਇਹਦਾ ਵਿਲੱਖਣ ਪ੍ਰਕਿਰਤੀ ਆ, ਜਿਹਦੇ ਕਰਕੇ ਇਹਦੇ ਵਿੱਚ ਲੋਕਾਂ ਦੀ ਇੰਨੀ ਦਿਲਚਸਪੀ ਬਣੀ ਰਹਿੰਦੀ ਆ, ਉਹ ਇਹ ਆ ਕਿ ਅੱਗੇ ਕੀ ਹੋਣਾ ਇਹ ਪਤਾ ਨਹੀਂ ਹੁੰਦਾ। ਬੜੇ ਵਾਰੀ ਦਾਅਵੇ ਕੀਤੇ ਜਾਂਦੇ ਆ ਕਿ ਸਾਨੂੰ ਪਤਾ ਹੈ। ਜਿਹੜੇ ਅਸੀਂ ਸਿਆਸਤ ਨਹੀਂ ਕਰਦੇ, ਸਿਆਸਤਦਾਨਾਂ ਤੇ ਜਿਹੜੇ ਟਿੱਪਣੀ ਕਰਦੇ ਆ, ਅਸੀਂ ਤਾਂ ਬਹੁਤ ਹੀ ਵੱਡੇ ਦਾਅਵੇ ਕਰ ਜਾਂਦੇ ਆ, ਪਤਾ ਨਹੀਂ ਹੁੰਦਾ ਵੈਸੇ ਸਿਆਸਤ ਦੇ ਵਿੱਚ ਕੀ ਹੋਣਾ। ਇਹ ਜਿਹੜਾ ਅੰਦੋਲਨ ਲੱਗਦਾ ਇਹ ਆ ਕਿ ਲੰਮਾ ਸਮਾਂ ਸਰਕਾਰ ਹੀ ਲਟਕਾਉਣਾ ਚਾਹੁੰਦੀ ਆ, ਸਗੋਂ ਅੰਦੋਲਨਕਾਰੀ ਵੀ ਇਸ ਗੱਲ ਲਈ ਤਿਆਰ ਆ ਤੇ ਉਹਨਾਂ ਨੂੰ ਵੀ ਸਰਕਾਰ ਦਾ ਇਹ ਪਤਾ ਹੈ ਕਿ ਲੰਮਾ ਸਮਾਂ ਲਟਕਾਊਗੀ ਤੇ ਲੰਮਾ ਸਮਾਂ ਇਹ ਅੰਦੋਲਨ ਲੜਨ ਦੀ ਮਾਦਾ ਰੱਖ ਕੇ ਹੀ ਉਹ ਚੱਲ ਰਹੇ ਆ। 6 ਮਹੀਨੇ ਦੇ ਰਾਸ਼ਨ ਦੀ ਗੱਲ ਸੀਗੀ, ਹੁਣ ਮਾਰਕੇ ਟਕੈਤ ਦਾ ਜਿਹਨੂੰ ਕਹਿੰਦੇ ਆ ਕਿ 2 ਅਕਤੂਬਰ ਤੱਕ ਦਾ ਟਾਈਮ ਦਿੱਤਾ। ਪਰ ਜਿਹੜਾ 2 ਅਕਤੂਬਰ ਹੈ ਨਾ, ਇਹ ਆਪਣੇ ਆਪ ਵਿੱਚ ਬੜਾ ਖਤਰਨਾਕ ਆ। ਸਿਰਫ ਇਹ ਮਹਾਤਮਾ ਗਾਂਧੀ ਦਾ ਜਨਮ ਦਿਨ ਨਹੀਂਗਾ, ਇਹਦੇ ਨਾਲ ਇਹ ਵੀ ਆ ਕਿ ਅਗਲੀਆਂ ਇਲੈਕਸ਼ਨ ਯੂਪੀ ਦੀਆਂ ਨੇੜੇ ਆ ਰਹੀਆਂ ਜੀ। ਇਹ 2 ਅਕਤੂਬਰ ਆ ਜਿਹੜਾ ਇਹ ਸਰਕਾਰ ਆਖਰ ਫਿਰ ਕੀ ਫੈਸਲਾ ਕਰੂਗੀ, ਇਹ ਅੰਦੋਲਨਕਾਰੀਆਂ ਦੇ ਦਬਾਅ ਥੱਲੇ ਹੀ ਆ। ਹਾਲ ਦੀ ਘੜੀ ਲੱਗ ਰਿਹਾ ਹੈਗਾ ਕਿ ਇਹ ਅੰਦੋਲਨ ਲੰਮਾ ਸਮਾਂ ਚੱਲੂਗਾ। ਇਹ ਹਜੇ ਭਵਿੱਖ ਦੇ ਗਰਭ ਚ ਆ ਕਿ ਕੀ ਜੇਪੀ ਅੰਦੋਲਨ ਨੇ ਜਿਵੇਂ ਜਨਤਾ ਪਾਰਟੀ ਦਿੱਤੀ ਸੀ, ਜਿਵੇਂ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਆਪ ਪਾਰਟੀ ਦਿੱਤੀ ਸੀ, ਕੀ ਇਹ ਅੰਦੋਲਨ ਵੀ ਕੋਈ ਨਵੀਂ ਪਾਰਟੀ ਤਾਂ ਨਹੀਂ ਦੇਊਗਾ? ਇਹ ਅੱਜ ਨਹੀਂ ਕਿਹਾ ਜਾ ਸਕਦਾ। ਦੂਸਰਾ ਇਹ ਕਿ ਜੇ ਕਾਨੂੰਨ ਵਾਪਸ ਹੋ ਜਾਂਦੇ ਆ ਤਾਂ ਸਰਕਾਰ ਦਾ ਇਮੇਜ ਵਧੀਆ ਹੋਊਗਾ ਜਾਂ ਹੁਣ ਨਾਲੋਂ ਮਾੜਾ ਹੋ, ਇਹ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਇੰਨਾ ਤਰਲ ਸਥਿਤੀ ਬਣੀ ਹੋਈ ਆ, ਇੰਨੀ ਗੁੰਝਲਦਾਰ ਸਥਿਤੀ ਬਣੀ ਹੋਈ ਆ। ਇੱਕ ਦੂਸਰੇ ਨਾਲ ਵਿਰੋਧੀ ਧਿਰਾਂ ਇੰਨੀਆਂ ਜ਼ਿਆਦਾ ਤਣੀਆਂ ਹੋਈਆਂ ਕਿ ਕੋਈ ਨਿੱਕੀ ਜੀ ਜਿਹੜੀ ਇੱਕ ਧਿਰ ਦੀ ਗਲਤੀ ਆ ਉਹ ਉਸ ਨੂੰ ਕਿੰਨਾ ਚਿਰ ਪਿੱਛੇ ਪਾ ਦਿੰਦੀ ਆ, ਦੂਜੇ ਧਿਰ ਦੀ ਜਿਹੜੀ ਗਲਤੀ ਆ ਉਹ ਬਹੁਤ ਪਿੱਛੇ ਪਾ ਆਉਂਦੀ ਆ। ਮਾਰਕੀਟ ਪਤਾ ਨਹੀਂ ਕਿੱਦਾਂ ਹੋਇਆ ਜਾਂ ਨਹੀਂ ਹੋਇਆ, ਉਹ ਝੰਡਾ ਚੜਾਉਣ ਵਾਲਾ ਜਿਹੜਾ ਧੰਦਾ ਸੀਗਾ ਉਸ ਨੇ ਕਿਸਾਨ ਅੰਦੋਲਨ ਨੂੰ ਕਈ ਮੈਂ ਕਿਹਾ ਹਫ਼ਤੇ ਪਿੱਛੇ ਪਾਤਾ। ਉਹਦੇ ਉਲਟ ਮੋਦੀ ਸਰਕਾਰ ਨੇ ਕਿੱਲਾਂ ਗੱਡ ਕੇ ਰੋਕੇ ਤਾਂ ਉਹਦੇ ਨਾਲ ਕੀ ਹੋਣੇ ਆ? ਉਹ ਕਿੱਲਾਂ ਗੱਡਣ ਦੇ ਉੱਤੇ ਤਾਂ ਕੀ ਸੀ, ਜਿਵੇਂ ਕਿੱਲਾਂ ਗੱਡੀਆਂ ਸੀ ਉਹ ਤੇ ਰੇਤਾ ਪਾਈ ਜਾ ਸਕਦੀ, ਬਲਡੋਜ਼ਰ ਚਲਾਇਆ ਜਾ ਸਕਦੀ, ਉਵੇਂ ਪੱਟੀਆਂ ਵੀ ਜਾ ਸਕਦੀਆਂ ਸੀ। ਪਰ ਉਹਦੇ ਜਿਹੜੇ ਦ੍ਰਿਸ਼ ਨੇ ਉਹਨੇ ਇੰਟਰਨੈਸ਼ਨਲ ਪੱਧਰ ਤੇ ਜਿੰਨੀ ਬਦਨਾਮੀ ਦਵਾਈ ਆ, ਜਿਨ੍ਹਾਂ ਨੂੰ ਇੱਕ ਮੁੱਠ ਕੀਤਾ ਹੈਗਾ। ਕਈ ਵਾਰ ਇਹ ਹੁੰਦਾ ਕਿ ਨਿੱਕੀ ਜਿਹੀ ਚਾਲ ਆ ਜਿਹੜੀ ਉਹ ਉਲਟ ਪੁਲਟ ਜਾਂਦੀ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ, ਮੈਨੂੰ ਲੱਗਦਾ ਹੈ ਕਿ ਜਿਵੇਂ ਕਹਿ ਸਕਦੇ ਹਾਂ ਨਾ, ਸਸਪੈਂਸ ਫਿਲਮ ਦੇ ਵਿੱਚ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਇਹਦਾ ਐਂਡ ਕੀ ਹੋਣਾ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਸਮਾਂ ਕੱਢ ਲਿਆ, ਹਾਲਾਂਕਿ ਅੱਜ ਤੁਹਾਨੂੰ ਉਹਨਾਂ ਮਜ਼ਾ ਨਹੀਂ ਆਇਆ ਹੋਊਗਾ, ਦਰਸ਼ਕਾਂ ਨੂੰ ਵੀ ਕਿਧਰੇ ਕੋਈ ਪਰੇਸ਼ਾਨੀ ਰਹੀ ਆ। ਕੁਝ ਇੱਕ ਮੈਸੇਜ ਮੈਨੂੰ ਸੀਗੇ ਕਿ ਆਵਾਜ਼ ਦੇ ਵਿੱਚ ਸਮੱਸਿਆ ਆ ਰਹੀ ਆ। ਖੈਰ ਅੱਜ ਸਾਡੀ ਇੰਨੀ ਕੀ ਜਿਹਨੂੰ ਕਹਿੰਦੇ ਆ ਗਰੀਬੀ ਦਾਵਾ ਪ੍ਰਵਾਨ ਕਰਿਓ ਦੋਸਤੋ। ਤੇ ਪ੍ਰੋਫੈਸਰ ਸਾਹਿਬ ਦਾ ਮੈਂ ਧੰਨਵਾਦ ਕਰਦਿਆਂ ਆਗਿਆ ਲੈਣਾ, ਲੇਕਿਨ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਜਲਦੀ ਹੋ ਸਕੇ ਅਸੀਂ ਕੋਈ ਸਟੀਕ ਟੂ ਦਾ ਪੁਆਇੰਟ ਗੱਲਬਾਤ ਕਰ ਸਕੀਏ, ਕਿਉਂਕਿ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਸਾਡੀ ਇੱਕ ਡਿਬੇਟ ਪੈਂਡਿੰਗ ਆ, ਗੱਲਬਾਤ ਪੈਂਡਿੰਗ ਆ। ਉਹ ਸਰਦਾਰ ਸਾਹਿਬ ਨੇ ਬਹੁਤ ਕੰਮ ਕੀਤਾ, ਪਿਆਰਾ ਕੰਮ ਕੀਤਾ ਹੈ ਕਿ ਸਾਡੇ ਇਸ ਕਲਚਰ ਦੇ ਉੱਤੇ ਅੰਦੋਲਨ ਦੇ ਅਸਰ ਕਿਹੋ ਜਿਹੇ, ਘਰਾਂ 'ਚ ਅੰਦਰ ਕਿਹੋ ਜਿਹੇ, ਸੱਭਿਅਤਾਵਾਂ ਦੇ ਨਜ਼ਰੀਏ ਤੋਂ ਬੜਾ ਕੁਝ ਬਦਲਦਾ ਜਦੋਂ ਲੋਕ ਸੁਚੇਤ ਹੁੰਦੇ ਆ। ਸੋ ਬਹੁਤ ਮਿਹਰਬਾਨੀ ਸਰ। ਸ਼ੁਕਰੀਆ ਜੀ।